ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਸੱਚਾ ਸੇਵੀ ਸਚ ਸਾਲਾਹੀ, ਸਚੈ ਨਾਏ ਦੁਖ ਕਬਹੀ ਨਾਹੀ। ਸੱਚਾ ਸੇਵੀ ਸਚ ਸਾਲਾਹੀ, ਸਚੈ ਨਾਏ ਦੁਖ ਕਬਹੀ ਨਾਹੀ। ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ। ਹਉ ਵਾਰੀ ਜਿਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵਹਿ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ। ਰਹਾਉ ਸਭ ਕੋ ਤੇਰਾ ਭਗਤ ਕਹਾਏ, ਸਈ ਭਗਤ ਤੇਰੇ ਮਨ ਭਾਏ। ਸਚ ਬਾਣੀ ਤੁਧੈ ਸਾਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰ ਜਿਉ ਤੇਰਾ, ਗੁਰਮੁਖ ਮਿਲੈ ਤਾਂ ਚੂਕੈ ਫੇਰਾ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਗੁਰਮਤਿ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ। ਇਕਸ ਸਿਉ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨੌ ਨਿਧ ਨਾਮ ਵਸਿਆ ਮਨ ਆਏ। ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ। ਤੂੰ ਦਇਆਲ ਸਦਾ ਸੁਖ ਦਾਤਾ, ਤੂੰ ਆਪੇ ਮੇਲੈ ਗੁਰਮੁਖ ਜਾਤਾ। ਤੂੰ ਆਪੇ ਦੇਵਹਿ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਾਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ। ਏਕਸ ਸਿਉ ਮਨ ਰਿਹਾ ਸਮਾਏ, ਮਨ ਮੰਨਿਐ ਮਨੈ ਮਿਲਾਵਣਿਆ। ਗੁਰਮੁਖ ਹੋਵੈ ਸੋ ਸਾਲਾਹੇ, ਸਾਚੇ ਠਾਕੁਰ ਵੇ ਪਰਵਾਹੇ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾਵਣਿਆ। ਗੁਰਮੁਖ ਹੋਵੈ ਸੋ ਸਾਲਾਹੇ, ਸਾਚੇ ਠਾਕੁਰ ਵੇ ਪਰਵਾਹੇ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼, ਟਲਦੀ ਸ਼ਾਮ ਸਤਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣ ਸਮਾਂ ਗੁਰਸ਼ਬਦ ਵਿਆਖਿਆਨ ਦਾ ਹੈ। ਇਸ ਵਿੱਚ ਲੜੀਵਾਰ ਜੋ ਗੁਰਬਾਣੀ ਵਿਆਖਿਆ ਚੱਲਦੀ ਹੈ ਇਸ ਪਾਵਨ ਅਸਥਾਨ 'ਤੇ, ਉਹਦੇ ਅੰਦਰ ਮਾਝ ਰਾਗ ਅਤੇ ਗੁਰੂ ਅਮਰਦਾਸ ਸਾਹਿਬ ਦੇ ਸੰਦੇਸ਼ ਨੇ। ਕਿਉਂਕਿ ਬੀਤੇ ਵਿੱਚ ਕੋਵਿਡ ਕਰਕੇ ਜਿੱਥੇ ਸਭ ਚੀਜ਼ਾਂ 'ਚ ਖੜੋਤ ਆਈ, ਸੋ ਸ਼ਬਦ ਵਿਵੇਚਨਾ ਵੀ, ਕਿਉਂਕਿ ਸਾਡੇ ਕੋਲ ਸੀਮਤ ਸਟਾਫ ਅਤੇ ਮੋਸਟਲੀ ਸਾਡੇ ਵਿਆਖਿਆਨ ਕਰਨ ਵਾਲੇ ਸੱਜਣ ਬੈਕ ਹੋਮ ਇੰਡੀਆ ਤੋਂ ਇੱਥੇ ਆਉਂਦੇ ਨੇ। ਸੋ ਵੀ ਹੈਵ ਟੂ ਪੌਜ਼ for a few actually for a while. Now we're gonna resume this service again. We're gonna actually get ਗੁਰਬਾਣੀ ਵਿਆਖਿਆਨ ਰੂਟੀਨ ਅਗੇਨ। ਸੋ ਉਸ ਰੂਪ ਦੇ ਵਿੱਚ ਆਪਾਂ ਹੁਣ ਵਿਵੇਚਨਾ ਪ੍ਰਾਰੰਭ ਕਰ ਰਹੇ ਹਾਂ। ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਸੰਦੇਸ਼ ਹੈ। ਬਚਨ ਆਪ ਨੇ ਸਰਵਨ ਕਰ ਲਿਆ ਹੈ। 8 ਪਦਿਆਂ ਦੀ ਲੰਮੇਰੀ ਰਚਨਾ ਦਾ ਵਾਕ ਹੈ ਅਤੇ ਬਣਦੇ ਸਮੇਂ ਵਿੱਚ ਜਿਵੇਂ ਸਮਾਂ ਪਰਮਿਟ ਕਰੇਗਾ ਉਸ ਤਰੀਕੇ ਨਾਲ ਅਸੀਂ ਬਚਨ ਵਿਵੇਚਨਾ ਕਰਾਂਗੇ।
ਹਮੇਸ਼ਾ ਦੀ ਤਰ੍ਹਾਂ ਵਿਚਾਰ ਦਾ ਆਗਾਜ਼ ਮੁੱਖ ਸੁਨੇਹੇ ਤੋਂ ਰਹਾਉ ਦੇ ਪਦੇ ਤੋਂ ਕਰਦੇ ਹਾਂ, ਜੋ ਇੱਕ ਸ਼ਬਦ ਦੇ ਅਨੁਸਾਰ ਜਾਂ ਗੁਰਬਾਣੀ ਤਰੀਕੇਕਾਰਤਾ ਦੇ ਮੁਤਾਬਕ ਥੀਸਿਸ ਸਟੇਟਮੈਂਟ ਇਸ ਪਾਵਨ ਸ਼ਬਦ ਦੀ, ਜਿਸ 'ਚ ਮੇਨ ਮੈਸੇਜ ਆ ਮਹਾਰਾਜ ਜੋ ਬਖਸ਼ਿਸ਼ ਕਰਦੇ ਨੇ ਉਹ ਇਹ ਹੈ ਕਿ ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਧ ਲਗਾਵਣੇ ਆ। ਹਉ ਵਾਰੀ ਜਿਉ ਵਾਰੀ, ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਆਪਣਾ ਆਪਾ ਕੁਰਬਾਨ ਕਰਦਾ ਹਾਂ, ਮੈਂ ਆਪਣੇ ਆਪੇ ਨੂੰ ਕੰਪਲੀਟਲੀ ਜੋ ਸਮਰਪਿਤ ਕਰਦਾ ਹਾਂ, ਵੀ ਆਮ ਰੈਡੀ ਟੂ ਸੈਕਰੀਫਾਈਸ ਮਾਈ ਸੈਲਫ ਟੂਵਰਡ ਹੋਮ। ਕਿਹਦੇ ਤੋਂ, ਕਿਹਦੇ ਲਈ? ਜ਼ਿਕਰ ਆ ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਧ ਲਗਾਵਣੇ ਆ। ਜਿਨ੍ਹਾਂ ਨੇ ਸਹਿਜੇ ਤੌਰ 'ਤੇ ਜਾਂ ਸਹਿਜ ਰੂਪ ਦੇ ਵਿੱਚ ਆਪਣੇ ਆਪ ਨੂੰ ਸੁਖ ਦੀ ਸਮਾਧੀ ਵਿੱਚ ਲੈ ਲਿਆ ਹੈਗਾ। ਇਹ ਸ਼ਬਦ ਭਾਰਤੀ ਖਿੱਤੇ 'ਚ ਰਹਿਣ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਆਪਣੇ ਤਰੀਕੇ ਨਾਲ ਇਹਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਰਹੇ, ਸਮਝਦੇ ਵੀ ਰਹੇ, ਪਰ ਗੁਰਮਤ ਦੀ ਸਮਾਧ, ਗੁਰਮਤ ਦਾ ਸੁਖ ਤੇ ਗੁਰਮਤ ਦੀ ਸਹਿਜ ਸਮਾਧ, ਇਸ ਨੂੰ ਅਸੀਂ ਸਮਝੀਏ ਬਾਤ ਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਬਾਣੀ ਦੀ ਵਿਆਖਿਆ 'ਚ ਬਹੁਤ ਸਾਰੀ ਰਚਨਾ ਰਚਦੇ, ਜਿਹਦੇ 'ਚ ਖਾਸ ਕਰਕੇ ਉਹਨਾਂ ਦੀਆਂ ਵਾਰਾਂ ਨੇ। ਉਹਨਾਂ ਦੇ ਵਾਰਾਂ ਦੇ ਕੁਝ ਪਦੇ ਪੜ੍ਹਦੇ ਹਾਂ, ਉਹ ਬਿਆਨ ਕਰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਜਿਹੜੇ ਗੁਰੂ ਕੇ ਜੋਗੀ ਨੇ ਉਹ ਜੋਗੀ ਉਹ ਨਹੀਂ ਗਏ ਜਿਹੜੇ ਕੰਨਾਂ 'ਚ ਮੁੰਦਰਾਂ ਪਾ ਕੇ ਤੁਰਦੇ। ਪੀਪਲ ਹੂ renounce this world and they then say we gonna dedicate our lives toward the just meditation and some sort of meditation exercises in actually mountains or jungles। ਬਾਬਾ ਜੀ ਕਹਿੰਦੇ ਉਹ ਨਹੀਂ, ਇਹ ਤੇ ਜੋਗੀ ਉਹ ਨੇ ਗੁਰਸਿੱਖ ਜੋਗੀ ਜਾਗਦੇ। ਜਾਗਦੇ ਦਾ ਮਤਲਬ ਹੈ ਜੋ ਬੜੇ ਅਵੇਅਰ ਨੇ ਤੇ ਕਰਦੇ ਕਿ ਨੇ ਮਾਇਆ ਅੰਦਰ। ਮਾਇਆ ਕਾਲਖ ਨੂੰ ਕਿਹਾ ਗਿਆ, ਸੰਸਾਰ ਨੂੰ ਕਿਹਾ ਗਿਆ, ਗ੍ਰਸਥ ਜੀਵਨ, ਬੱਚੇ, ਕਾਰੋਬਾਰ, ਜਿਸ ਸਾਰਾ ਆ ਸੰਸਾਰ ਮਜ਼ਮਾ, ਸਾਰਾ ਸ਼ੋਰ ਰਨ ਹੋ ਰਿਹਾ ਜਿਹੜਾ, ਇਹਦੇ ਵਿੱਚ ਰਹਿੰਦੇ ਤੇ ਉਦਾਸ ਰਹਿੰਦੇ। ਉਦਾਸ ਮੀਨ ਨੋ ਡਾਊਟ ਗਰੀਡ ਡਰਾਈਵ ਕਰਦਾ ਸਾਨੂੰ ਐਂਗਰ, ਲਸਟ, some sort of envy, some sort of jealous, some sort of, these forces always actually have impact on us. They always actually force us to do some certain type of action, certain type of choices. ਇਹ ਮਾਇਆ ਆ ਸਾਰੀ। ਪਰ ਇਸ ਸਾਰੇ ਦੇ ਵਿੱਚ ਜਾਗ ਕੇ ਰਹਿਣਾ ਕਿ ਇਹਨਾਂ ਦੇ ਪ੍ਰਭਾਵ ਦਾ ਆਉਣਾ ਤੇ ਉਹਨੂੰ ਨਕਾਰ ਦੇਣਾ। ਮੈਂ ਕੰਮ ਲੋਭ ਵਸ ਹੋ ਕੇ ਕਰਦਾ, ਲਾਲਚ ਵਸ ਹੋ ਕੇ ਕਰਦਾ, ਮੇਰੀਆਂ ਕੋਈ ਜ਼ਰੂਰਤ ਉਹਨਾਂ ਨੂੰ ਫੁੱਲਫਿਲ ਕਰਨਾ ਹੈ, ਪਰ ਲਾਲਚ ਇਤਨਾ ਵੀ ਨਾ ਵੱਧ ਜਾਏ ਕਿ ਮੈਨੂੰ ਐਥਿਕਸ ਹੀ ਭੁੱਲ ਜਾਣਾ। that is not the driving force for me as a Gursikh, as Bhai Gurdas ji saying। ਇਹ ਜਿਹੜੀ ਚੀਜ਼ ਆ ਇਹ ਹੈ ਮਾਇਆ ਅੰਦਰ ਕਰਨ ਉਦਾਸੀ। ਸੋ ਇਹੋ ਜਿਹੀ ਉਦਾਸੀ ਕਰਦੇ ਹੋ, ਉਹੋ ਜਿਹੀ ਉਦਾਸੀ ਨਾ ਕਰਦੇ ਕਿ ਸੰਸਾਰ ਹੀ ਰਿਨਾਊਂਸ ਕਰ ਦਿੱਤਾ। ਉਹਨਾਂ ਨੇ ਉਦਾਸੀ ਇਸ ਕਿਸਮ ਦੀ ਐਕਸੈਪਟ ਤੇ ਅਡਾਪਟ ਕੀਤੀ ਹੈ। ਸੋ ਉਹਦੇ 'ਚ ਕੀ ਬਿਆਨ ਕੀਤਾ ਕਿ ਕੰਨੀ ਮੁੰਦਰਾ ਮੰਤਰ ਗੁਰ, ਉਹਨਾਂ ਦੀਆਂ ਮੁੰਦਰਾਂ ਬਾਹਰ ਨਹੀਂ ਦਿਸਦੀਆਂ ਕਿਸੇ ਖਾਸ ਮੈਟਲ ਦੀਆਂ ਜਾਂ ਕਿਸੇ ਖਾਸ ਹੋਰ ਧਾਤ ਦੀਆਂ, ਬਲਕਿ ਕੰਨੀ ਮੁੰਦਰਾ ਮੰਤਰ ਗੁਰ, ਜਿਹੜਾ ਗੁਰੂ ਕਾ ਮੰਤਰ ਆ ਉਹਨੂੰ ਉਹਨਾਂ ਨੇ ਮੁੰਦਰਾਂ ਬਣਾ ਕੇ ਪਾ ਲਿਆ ਆ। ਹੁਣ ਇਸ ਨੂੰ ਮੈਟਾਫੋਰਿਕ ਵੇ ਨਾਲ ਦੇਖੋ ਕਿ ਮੈਟਾਫੋਰ ਦੇ ਰੂਪ ਵਿੱਚ ਕੀ ਬਾਤ ਹੋ ਰਹੀ ਹੈ ਕਿ ਜਿਹੜੇ ਲਗਾਤਾਰ ਇਹੋ ਜਿਹੇ ਉਪਦੇਸ਼ਾਂ ਨੂੰ ਕੰਨਾਂ ਵਿੱਚ ਸੁਣਨਾ, ਪਾਣਾ, ਇਹ ਮੁੰਦਰਾਂ ਆ। ਉਹਨਾਂ ਨੇ ਇਸ ਕਿਸਮ ਦੀ ਜੀਵਨ ਜਾਚ ਨੂੰ ਅਡਾਪਟ ਕੀਤਾ ਹੈਗਾ ਤੇ ਉਹ ਸਾਧ ਸੰਗਤ ਵਿੱਚ ਹੀ ਬੈਠ ਕੇ ਸਹਿਜ ਸਮਾਧ ਅਗਾਧ ਨਿਵਾਸੀ, ਉਹ ਸਤ ਸੰਗਤ ਦੀ ਜਿਹੜੀ ਹੈ ਸਮਾਧ, ਇਹ ਸਹਿਜ ਸਮਾਧ ਲਾਉਂਦੇ ਨੇ। ਉਹਨਾਂ ਨੂੰ ਕਸ਼ਿਸ਼ ਰਹਿੰਦੀ ਹੈ ਸਮਾਂ ਬਣੇ ਮੈਂ ਸ਼ਬਦ ਦੀ ਆਭਾ 'ਚ ਜਾਵਾਂ, ਸਮਾਂ ਬਣੇ ਮੈਂ ਇਹੋ ਜਿਹੀ ਕੰਪਨੀ ਜੁਆਇਨ ਕਰਾਂ, ਮੈਂ ਇਹੋ ਜਿਹੇ ਆਲੇ ਦੁਆਲੇ ਵਿੱਚ ਬੈਠਾਂ ਜਿੱਥੇ ਗੁਰਸ਼ਬਦ ਦੀ ਬਾਤ ਹੋਏ, ਗੁਰਸ਼ਬਦ ਦੀ ਆਭਾ ਮੰਡਤ ਹੋ ਰਹੀ ਹੋਏ। ਸੋ ਇਹ ਸਹਿਜ ਸਮਾਧ ਆ, ਇਹਦੀ ਬਾਤ ਕੀਤੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜੇ ਇਸ ਸਮਾਧ ਦੇ ਧਾਰਨੀ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਵਾਂ, ਜਿਹੜੇ ਜੀਵਨ ਦੇ ਵਿੱਚ ਕਿਸੇ ਖਾਸ ਹਿਪੋਕ੍ਰੇਸੀ ਨੂੰ ਨਹੀਂ ਵੀ ਮਤਲਬ ਬਸ ਇੱਕ ਟੱਕ ਹੋ ਕੇ ਬੈਠ ਗਏ ਤੇ ਸਭ ਕੁਝ, ਤੇ ਜੀਵਨ ਵਿੱਚ ਕੋਈ ਉਸ ਲੈਵਲ ਦੀ ਤਬਦੀਲੀ ਨਾ ਲਿਆਂਦੀ, ਬਲਕਿ ਉਹ ਜਿਹੜੇ ਗੁਰਸ਼ਬਦ ਨੂੰ ਮੰਨਣ ਵਾਸਤੇ ਇੱਕ ਇਕੱਠ ਵਿੱਚ, ਇੱਕ ਸੰਗਤ ਵਿੱਚ, ਇੱਕ ਇਹੋ ਜਿਹੀ ਕੌਂਗਰੀਗੇਸ਼ਨ ਦੇ ਵਿੱਚ ਉਹਦਾ ਪਾਰਟ ਬਣੇ, ਉਹਦੀ ਬਾਤ ਕੁਝ ਇਸ ਰੂਪ ਵਿੱਚ ਹੋ ਰਹੀ ਹੈ। ਸੋ ਬਾਤ ਇਹ ਆਈ ਕਿ ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ, ਜੋ ਹਰ ਸੇਵੈ ਸੇ ਸਦਾ ਸੋਹੈ ਸੋਭਾ ਸੁਰਤ ਸੁਹਾਵਣਿਆ।
ਜੋ ਹਰ ਸੇਵੈ ਸੇ ਸਦਾ ਸੋ ਹੈ। ਸੋ ਹੈ ਦਾ ਮਤਲਬ ਹੁੰਦਾ ਚੰਗੇ ਲੱਗਣੇ, ਜਚਣੇ, ਸੋਭਣੇ। ਹੁਣ ਸਮਾਜਾਂ ਦੇ ਵਿੱਚ ਸੁਹੱਪਣ ਦੀ ਤਾਰੀਫ ਵੀ ਬਦਲਦੀ ਹੈ, ਡੈਫੀਨੇਸ਼ਨ ਬਦਲਦੀ ਹੈ। ਸਮਾਜਾਂ ਦੇ ਵਿੱਚ ਚੰਗੇਰੇ ਲੱਗਣ ਦੀ ਵੀ ਡੈਫੀਨੇਸ਼ਨ ਬਦਲਦੀ ਹੈ। ਆਪ ਦੇਖੋਗੇ ਜਿਸ ਖਿੱਤੇ ਦੇ ਅੰਦਰ ਇੱਕ ਐਲੀਟ ਬਣਿਆ ਤੇ ਐਲੀਟ ਸਵਰਨ ਹੋ ਗਿਆ, ਮਤਲਬ ਉੱਚਾ ਹੋ ਗਿਆ, ਤੇ ਉਸ ਤੋਂ ਥੱਲੇ ਵਾਲੇ ਲੋਕ ਜਿਹੜੇ ਸੀਗੇ, ਕਿਉਂਕਿ ਉਹ ਮੁਸ਼ੱਕਤ ਕਰਦੇ ਨੇ, ਮਿਹਨਤ ਕਰਦੇ ਨੇ, ਪਸੀਨਾ ਬਹਾਉਂਦੇ ਨੇ, ਮਿੱਟੀ ਨਾਲ ਮਿੱਟੀ ਹੁੰਦੇ ਨੇ, ਉਹ ਲੋਕ ਅਛੂਤ ਹੋ ਗਏ। ਆਪਾਂ ਜੇ ਲਿਟਰਲੀ ਤੌਰ ਤੇ ਪੰਜਾਬੀ ਜ਼ਬਾਨ ਵਿੱਚ ਦੇਖੀਏ ਤੇ you might actually recall some sort of words in your memory such as actually people used to use and still use ਕੰਮੀ। ਆਪ ਨੂੰ ਪਤਾ ਹੋਏਗਾ, ਮਤਲਬ ਪੰਜਾਬੀ ਦਾ ਇੱਕ ਸ਼ਾਇਰ ਜਦੋਂ ਲਿਖਦਾ ਹੈਗਾ ਕਿ ਮਗਦਾ ਰਹੀ ਤੂੰ ਸੂਰਜਾ ਕੰਮੀਆਂ ਦੇ ਵਿਹੜੇ, ਹੈ ਨਾ, ਬੜੀ ਗਾਈ ਜਾਂਦੀ ਹੈ ਕਿਰਤੀਆਂ ਦੇ ਉਸ ਕਨਸੈਪਟ ਦੇ ਵਿੱਚ। ਤੇ ਉਹ ਕੰਮੀ ਦਾ ਮਤਲਬ ਕੀ ਹੈ? ਜਿਹੜੇ ਕੰਮ ਕਰਦੇ ਨੇ। ਤੇ ਕੰਮ ਕਰਨਾ ਕਿੱਡੀ ਕੁ ਮਾੜੀ ਗੱਲ ਹੈ? ਕੰਮ ਕਰਨਾ ਤੇ ਬੜੀ ਵਧੀਆ ਗੱਲ ਆ। ਤੇ ਬਾਬਾ ਜੀ ਨੇ ਸਲੋਗਨ ਹੀ ਇਹ ਦਿੱਤਾ, ਸਿੱਖਿਆ ਹੀ ਇਹ ਦਿੱਤੀ, ਕਿਰਤ ਕਰੋ, ਕੰਮ ਕਰੋ। ਸੋ ਇਹ ਹੈ ਸੋਭਨੀਕ ਕੌਣ ਨੇ? ਜਿਨ੍ਹਾਂ ਕੋਲ ਇਤਰ ਫਲੇਰਾਂ ਦੀ ਵਾਸ਼ਨਾ ਆਉਂਦੀ ਹੈ, ਜਾਂ ਜਿਨ੍ਹਾਂ ਦੇ ਕੋਲੋਂ ਪਸੀਨੇ ਦੀ ਉਸ ਕਿਸਮ ਦੀ ਜਿਹੜੀ ਹੈ ਉਹ ਉਹਨਾਂ ਦੇ ਕੋਲੋਂ ਮਹਿਕ ਆਉਂਦੀ ਹੈ। ਕਿਆ ਪਸੀਨੇ ਦੀ ਮਹਿਕ ਵਾਲੇ ਮਾੜੇ ਨੇ, ਇਤਰ ਫਲੇਰਾਂ ਵਾਲੇ ਚੰਗੇ, ਉਹ ਸੋਭਦੇ ਨੇ। ਗੁਰਮਤ ਆਸ਼ੇ ਨੇ ਪੂਰੇ ਦਾ ਪੂਰਾ ਨਰੇਟਿਵ ਬਦਲਿਆ। ਇਹ ਜਿਹੜੀ ਮਨੁੱਖ ਦੀ ਅਪਲਿਫਟਿੰਗ ਆ, ਇਹ ਸਿਰਫ ਪੋਲੀਆਂ ਗੱਲਾਂ ਕਰਕੇ ਤੇ ਪੋਲਿਸ਼ ਕਰਕੇ ਚੀਜ਼ਾਂ ਨਹੀਂ ਹੁੰਦੀ, ਇਹ ਤੇ ਪ੍ਰੈਕਟੀਕੈਲਿਟੀ ਦੇ ਵਿੱਚ ਉਤਰ ਕੇ ਹੁੰਦੀ। ਜੇ ਮੈਨੂੰ ਹੋਰ ਸਰਲ ਕਰਕੇ ਬਿਆਨ ਕਰਾਂ, ਆਪਨੇ ਤਵਾਰੀਖ ਵਿੱਚ ਕਿਤੇ ਪੜ੍ਹਿਆ ਹੋਏ ਜਾਂ ਸੁਣਿਆ ਹੋਏਗਾ, ਡੈਫੀਨੇਟਲੀ ਆਈ ਕੈਨ ਐਕਚੁਅਲੀ ਅਸਿਊਮ ਦੈਟ ਉਹਦੇ 'ਚ ਹੁੰਦਾ ਇਹ ਹੈ ਕਿ ਗੁਰੂ ਅਰਜਨ ਸਾਹਿਬ ਨੇ ਤਾਰੀਖ ਦੇ ਕੈਲੰਡਰ ਦੀ ਕੁਝ ਡੇਟ ਦੇ ਮੁਤਾਬਕ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਤੇ ਜਦੋਂ ਪਹਿਲਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ, ਇਹਦੇ ਬਾਬਤ ਅਸੀਂ ਬਾਤ ਪਾਵਾਂਗੇ ਉਹਨੇ ਦਿਨਾਂ ਦੇ ਵਿੱਚ। ਤੇ ਉਹਦੇ ਸਮੇਂ, ਉਸ ਸਮੇਂ ਦੇ ਵਿੱਚ ਦੋ ਗੁਰੂ ਮਹਾਰਾਜ ਬਹੁਤ ਵੱਡੇ ਅਮਲ ਇੱਕਦਮ ਹੋਂਦ ਵਿੱਚ ਲੈ ਕੇ ਆਉਂਦੇ ਨੇ। ਇੱਕ ਤੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸਥਾਪਨਾ ਕਰਨ ਤੋਂ ਪਹਿਲਾਂ ਇਹਨੂੰ ਕੰਪਾਈਲ ਕੀਤਾ ਜਾਂਦਾ, ਇਹਨੂੰ ਬਿਲਕੁਲ ਇੱਕ ਤਰੀਕੇ ਦੇ ਨਾਲ ਮਹਾਰਾਜ ਸਾਰ ਨੂੰ ਸਿਰਜਦੇ ਨੇ, ਸੰਪਾਦਿਤ ਕਰਦੇ ਨੇ, ਰਚਨਾ ਸਾਰੀ ਇੱਕ ਜਗ੍ਹਾ ਦੇ ਉੱਤੇ ਇਕੱਠੀ ਕਰਦੇ ਨੇ। ਸੋ ਇਹ ਕੰਮ ਹੋ ਰਿਹਾ। ਦੂਸਰੇ ਪਾਸੇ ਇਸ ਰਚਨਾ ਨੂੰ ਪ੍ਰਕਾਸ਼ਿਤ ਕਰਨ ਵਾਸਤੇ ਅਸਥਾਨ ਬਣਾਉਂਦੇ ਨੇ ਦਰਬਾਰ ਸਾਹਿਬ। ਪਾਣੀ ਦੇ ਤਲਾਅ ਦੇ ਵਿੱਚ ਕੌਲ ਦੇ ਫੁੱਲ ਦੀ ਤਰ੍ਹਾਂ ਖਿੜੀ ਹੋਈ ਇਮਾਰਤ। ਜਦੋਂ ਉਹਦੀ ਸਾਜਨਾ ਹੋ ਰਹੀ ਹੈ ਤੇ ਡੈਫੀਨੇਟਲੀ ਕਿ ਇਮਾਰਤ ਬਣ ਰਹੀ ਹੈ, ਉਹਦੇ ਵਾਸਤੇ ਬਹੁਤ ਸਾਰਾ ਮਟੀਰੀਅਲ ਚਾਹੀਦਾ ਹੈ, ਇੱਟਾਂ ਚਾਹੀਦੀਆਂ ਨੇ, ਚੂਨਾ ਚਾਹੀਦਾ ਹੈ, ਸਪੈਸੀਫਿਕ ਸਮਾਨ ਚਾਹੀਦਾ ਜਿਹੜਾ ਪਾਣੀ ਦੇ ਵਿੱਚ ਖੜਾ ਕੀਤਾ ਜਾ ਸਕੇ। ਬਹੁਤ ਵੱਡਾ ਕਾਰਜ ਆ। ਤੇ ਪੁਰਾਣੇ ਸਮੇਂ 'ਚ ਜਿਹੜਾ ਬ੍ਰਿਕ ਵਰਕ ਸੀਗਾ, ਉਹ ਅੱਜ ਵਰਗਾ ਤੇ ਹੈ ਨਹੀਂ ਸੀਗਾ ਕਿ ਤੁਹਾਡੇ ਕੋਲ ਇਲੈਕਟ੍ਰਿਕ ਭੱਠੀਆਂ ਸੀਗੀਆਂ ਤੇ ਉੱਥੇ ਜਾ ਕੇ ਇੱਟਾਂ ਪੱਕ ਰਹੀਆਂ ਨੇ। ਟ੍ਰੈਡੀਸ਼ਨਲ ਤਰੀਕਾ ਸੀਗਾ। ਤੇ ਜਿਹੜਾ ਉਸ ਨੂੰ ਪਕਾਉਣ ਵਾਸਤੇ ਸਭ ਤੋਂ ਬੈਸਟ, ਮਤਲਬ ਕਹਿ ਲਓ ਕਿ ਫਿਊਲ ਵੀ ਸੀਗਾ, ਉਹ ਵੀ ਸੀਗਾ ਪਸ਼ੂਆਂ ਦਾ ਮੈਨਿਊਰ ਜਿਹੜਾ ਹੁੰਦਾ, ਗੋਇਆ। ਉਸ ਨੂੰ ਬਾਲ ਕੇ ਤੇ ਪਕਾਇਆ ਜਾਂਦਾ ਸੀਗਾ। ਤੇ ਹੁਣ ਮੈਨਿਊਰ ਜਿਹੜੇ ਲੋਕ ਇਕੱਠੇ ਕਰਦੇ, ਜਿਹੜੇ ਲੋਕ ਥੱਪਦੇ ਬਣਾਉਂਦੇ, ਸਭ ਉਹਨਾਂ ਨੂੰ ਪੰਜਾਬ ਦੀ ਫਿਜ਼ਾਂ ਦੇ ਵਿੱਚ ਅਜੇ ਤੱਕ ਲੋਕ ਕਿਸ ਨਜ਼ਰ ਨਾਲ ਦੇਖਦੇ, ਤੁਹਾਨੂੰ ਪਤਾ ਹੈ ਉਸ ਰੂਪ ਦੇ ਅੰਦਰ। ਖੈਰ, ਭੱਠੀਆਂ ਪੱਕਦੀਆਂ, ਵਿੱਚ ਇੱਟਾਂ ਬਣਦੀਆਂ, ਸਭ ਚੀਜ਼ਾਂ ਹੁੰਦੀਆਂ। ਉਹ ਹੋ ਰਿਹਾ ਕਾਰਜ ਸਾਰਾ, ਉਸਾਰੀ ਹੋ ਰਹੀ ਹੈ ਚਾਰ ਚੁਫੇਰੇ, ਨਗਰ ਦੀ ਵੀ ਉਸਾਰੀ ਹੋ ਰਹੀ ਹੈ ਪੂਰੇ ਦੀ। ਸਮਾਂ ਬਣਿਆ, ਗੁਰੂ ਅਰਜਨ ਸਾਹਿਬ ਨੇ ਗ੍ਰੰਥ ਸਾਹਿਬ ਦੀ ਸਥਾਪਨਾ ਕਰ ਦਿੱਤੀ ਦਰਬਾਰ ਸਾਹਿਬ ਦੇ ਵਿੱਚ। ਪ੍ਰਕਾਸ਼ਨਾ ਹੋਈ, ਇਨੋਗ੍ਰੇਸ਼ਨ ਹੋਈ, ਕਹਿ ਲਓ, ਦਰਵਾਜ਼ੇ ਖੁੱਲੇ ਦਰਬਾਰ ਸਾਹਿਬ ਦੀ ਇਮਾਰਤ ਦੇ। ਇਹ ਇਲਾਕਾ ਪੱਟੀ ਪਰਗਨਾ ਪੈਂਦਾ ਸੀ ਲਾਹੌਰ ਦੇ ਨਾਲ। ਇੱਥੋਂ ਦੇ ਜਿਹੜੇ ਬ੍ਰਾਹਮਣ ਸੀਗੇ ਉਹਨਾਂ ਦਾ ਇੱਕ ਆਪਣਾ ਗਰੁੱਪ ਸੀਗਾ, ਕਿਉਂਕਿ ਜੇ ਤੁਸੀਂ ਦੇਖੋਗੇ ਤੇ ਉਹ ਇੱਕ ਬਹੁਤ ਮਤਲਬ ਔਰਗਨਾਈਜ਼ਡ ਵੇ ਦੇ ਨਾਲ ਰਹਿਣ ਵਾਲਾ ਐਲੀਟ ਸੀਗਾ। ਇਹ ਨਹੀਂ ਕਿ ਕੋ ਐਵੇਂ ਸੀਗਾ, ਨਾ ਨਾ ਨਾ, ਉਹਨਾਂ ਦੇ ਕੋਲ ਐਜੂਕੇਸ਼ਨ ਸੀ, ਤਾਲੀਮ ਸੀ, ਔਰਗਨਾਈਜ਼ ਸੀਗੇ ਪੂਰੇ ਰੂਪ ਦੇ ਵਿੱਚ। ਇਸੇ ਕਰਕੇ ਉਹਨਾਂ ਦਾ
ਜਿਹੜਾ ਜਾਤ ਪਾਤ ਦਾ ਸਿਸਟਮ ਸੀਗਾ ਇੰਨਾ ਸਫਿਸਟੀਕੇਟਡ ਤੇ ਇਤਨਾ ਮਤਲਬ ਕੰਪਲਿਕੇਟਡ ਹੋਣ ਦੇ ਬਾਵਜੂਦ ਵੀ ਦੈਟ ਵਾਜ਼ ਵੈਲ ਐਸਟੈਬਲਿਸ਼ਡ। ਅਸੀਂ ਉਹਨੂੰ ਹੇਟ ਕਰਦੇ ਕਿਉਂਕਿ ਮਨੁੱਖਵਾਦੀ ਨਹੀਂ ਸੀਗਾ, ਬਟ ਐਕਚੁਅਲੀ ਲੈਵਲ ਦੀ ਲਾਈਕ ਨਹੀਂ ਕਰਦੇ ਅਸੀਂ, ਪਰ ਉਹਨਾਂ ਨੇ ਤੇ ਆਪਣੇ ਤਰੀਕੇ ਨਾਲ ਬਿਲਕੁਲ ਸਥਾਪਿਤ ਕੀਤਾ ਸੀ। ਐਨ ਹੋਇਆ ਕਿ ਉਹਨਾਂ ਨੇ ਉਸ ਇਲਾਕੇ ਦੇ ਜਿਹੜੇ ਬ੍ਰਾਹਮਣ ਸੀਗੇ ਉਹਨਾਂ ਕਿਹਾ ਵੀ ਗੱਲ ਹੀ ਕੁਛ ਨਹੀਂ, ਐਡੀ ਵੱਡੀ ਇਮਾਰਤ ਬਣ ਰਹੀ ਹੈ, ਇਨੋਗ੍ਰੇਸ਼ਨ ਹੋਏਗੀ, ਸਭ ਚੀਜ਼ਾਂ ਹੋਣਗੀਆਂ, ਗੁਰੂ ਅਰਜਨ ਸਾਹਿਬ ਸਾਨੂੰ ਸੰਦੇਸ਼ ਭੇਜਣਗੇ, ਸਾਡੇ ਵਾਸਤੇ ਸਪੈਸੀਫਿਕਲੀ ਉੱਥੇ ਜਗ੍ਹਾ ਹੋਏਗੀ ਬੈਠਣ ਲਈ, ਸਾਡੇ ਲਈ ਬ੍ਰਹਮ ਭੋਜ ਹੋਏਗਾ, ਜੋ ਆਮ ਕਰਕੇ ਹੁੰਦਾ ਰਿਹਾ। ਐਸਾ ਕੁਛ ਵੀ ਨਾ ਹੋਇਆ। ਕਪਾਟ ਖੁੱਲ੍ਹ ਗਏ, ਸੰਗਤਾਂ ਆਈਆਂ, ਗੁਰੂ ਸਾਹਿਬ ਨੇ ਪ੍ਰਕਾਸ਼ ਹੋਇਆ, ਬਾਣੀ ਪੜ੍ਹੀ ਗਈ, ਸਭ ਕੀਰਤਨ ਸਮਾਗਮ ਹੋਏ। ਉਹਨਾਂ ਨੂੰ ਲੱਗਾ ਵੀ ਗੁਰੂ ਅਰਜਨ ਸਾਹਿਬ ਨੇ ਤੇ ਬਿਲਕੁਲ ਹੀ ਸਾਨੂੰ ਵਸਾਰ ਦਿੱਤਾ, ਆਪਾਂ ਇੱਕ ਕੰਮ ਕਰਦੇ ਹਾਂ, ਗੁਰੂ ਅਰਜਨ ਸਾਹਿਬ ਦੇ ਕੋਲ ਇਤਰਾਜ਼ ਕਰਕੇ ਆਉਂਦੇ ਹਾਂ, ਲੈਟਸ ਕੰਪਲੇਨ ਟੂ ਗੁਰੂ ਅਰਜਨ ਸਾਹਿਬ ਵੀ ਤੁਸੀਂ ਸਾਨੂੰ ਵਸਾਰ ਹੀ ਦਿੱਤਾ। ਖੈਰ ਉਹ ਸਾਰੇ ਇਕੱਠੇ ਹੋ ਕੇ ਆਏ, ਪੂਰਾ ਉਹਨਾਂ ਦਾ ਡੈਲੀਗੇਸ਼ਨ, ਤੇ ਆ ਕੇ ਕਿਹਾ ਗੁਰੂ ਅਰਜਨ ਸਾਹਿਬ ਇੱਕ ਹੀ ਬਾਤ ਹੋਈ, ਸਾਡੇ ਇਲਾਕੇ 'ਚ ਐਡਾ ਵੱਡਾ ਧਰਮ ਮੰਦਰ ਬਣਿਆ, ਧਰਮ ਗ੍ਰੰਥ ਸਥਾਪਿਤ ਹੋਇਆ, ਸਭ ਚੀਜ਼ਾਂ ਹੋਈਆਂ, ਮੁਬਾਰਕਾਂ ਤੁਹਾਨੂੰ ਖੂਬ ਸਾਰੀਆਂ, ਪਰ ਗੱਲ ਇਹ ਹੈ ਤੁਸੀਂ ਸਾਨੂੰ ਕਿਉਂ ਵਸਾਰਤਾ, ਸਾਨੂੰ ਕਿਉਂ ਨਹੀਂ ਯਾਦ ਕੀਤਾ। ਮਹਾਰਾਜ ਕਹਿੰਦੇ ਕੀ ਮਤਲਬ ਤੁਹਾਡਾ? ਕਹਿੰਦੇ ਤੁਸੀਂ ਬ੍ਰਾਹਮਣ ਤੇ ਮਿਣਸੇ ਹੀ ਨਹੀਂ, ਹੈ ਨਾ, ਉਹਨਾਂ ਨੂੰ ਤਾਂ ਤੁਸੀਂ ਬੁਲਾਇਆ ਹੀ ਨਹੀਂਗਾ। ਬਾਬਾ ਜੀ ਕਹਿੰਦੇ ਨਹੀਂ ਨਹੀਂ ਐਸਾ ਨਹੀਂ ਹੈਗਾ ਕਿ ਅਸੀਂ ਬ੍ਰਾਹਮਣ ਮਿਣਸੇ ਸੀਗੇ। ਉਹ ਕਹਿੰਦੇ ਬਿਲਕੁਲ ਠੀਕ ਗੱਲ ਹੈ, ਅਸੀਂ ਪਹਿਲਾਂ ਹੀ ਸੋਚਦੇ ਸੀ ਵੀ ਗੁਰੂ ਸਾਹਿਬ ਐਵੇਂ ਨਹੀਂ ਕਰ ਸਕਦੇ, ਜ਼ਰੂਰ ਬ੍ਰਹਮ ਭੋਜ ਹੋਇਆ ਹੋਣਾ, ਜ਼ਰੂਰ ਸਭ ਚੀਜ਼ਾਂ ਹੋਈਆਂ ਹੋਣਗੀਆਂ, ਅਸੀਂ ਕਿਵੇਂ ਪਛੜ ਗਏ? ਇਲਾਕਾ ਸਾਡਾ ਸੀਗਾ, ਸਾਡੇ ਇਲਾਕੇ 'ਚ ਕੌਣ ਆ ਕੇ ਬ੍ਰਹਮ ਭੋਜ ਕਰ ਗਿਆ ਸਾਡੇ ਨਾਂ ਦਾ? ਮਹਾਰਾਜ ਦੱਸੋ ਕੌਣ ਸੀਗੇ ਉਹ ਬ੍ਰਾਹਮਣ ਜਿਹੜੇ ਇੱਥੇ ਆਏ? ਅਸੀਂ ਬਰਾਦਰੀ ਦੀ ਪੰਚਾਇਤ ਇਕੱਠੀ ਕਰਾਂਗੇ, ਸਾਡੇ ਇਲਾਕੇ 'ਚ ਉਹਨਾਂ ਕੁਛ ਭੈਟ ਕਿਉਂ ਕਰ ਦਿੱਤੀ? ਜਿਨ੍ਹਾਂ ਲੋਕਾਂ ਨੂੰ ਥੋੜ੍ਹਾ ਬਹੁਤਾ ਇਸ ਬਾਰੇ ਕੁਝ ਅੰਦਾਜ਼ਾ ਹੋਏ, ਈਵਨ ਅਜੇ ਵੀ ਜੇ ਲੋਕ ਕੁਝ ਆਪਣੇ, ਜਿਵੇਂ ਸਾਡੇ ਇੱਥੇ ਜਿਹੜਾ ਹੈਗਾ ਸਥਾਨ ਬਣਾ ਰਹੇ ਹਾਂ ਕੀਰਤਪੁਰ ਪਾਰਕ, ਕਿ ਜਿਹੜੇ ਗੁਜਰਿਆਂ ਦੇ ਅਸਥ ਨੇ ਉਹਨਾਂ ਨੂੰ ਜਲ ਪ੍ਰਵਾਹ ਕਰਨ ਵਾਸਤੇ ਤੁਸੀਂ ਇੱਥੇ ਵਗਦੇ ਪ੍ਰਵਾਹ, ਕਿਉਂਕਿ ਰਹਿਤ ਮਰਿਆਦਾ ਦਾ ਇਹ ਸੰਦੇਸ਼ ਹੈ, ਵਗਦਾ ਪਾਣੀ ਜਿਹੜਾ ਜਲ ਨੇੜੇ ਹੈ ਉਹਦੇ 'ਚ ਪ੍ਰਵਾਹ ਕਰ ਦਿਓ ਜਾ ਕੇ। ਖੈਰ ਉੱਥੇ ਹੁੰਦਾ ਸੀਗਾ ਕਿ ਟ੍ਰੈਡੀਸ਼ਨਲ ਵੇ ਨਾਲ ਤੁਸੀਂ ਇੱਕ ਖਾਸ ਗੰਗਾ ਦਰਿਆ 'ਚ ਲੈ ਕੇ ਜਾਣਾ ਹੈਗਾ। ਜੇ ਕਿਤੇ ਲੋਕ ਪੰਜਾਬ ਤੋਂ ਜਾਂ ਕਿਤੋਂ ਵੀ ਜਾਣ ਤੇ ਉੱਥੇ ਜਾ ਕੇ ਕਹਿਣ ਕਿ ਅਸੀਂ ਇਹਦੇ 'ਚ ਪ੍ਰਵਾਹ ਕਰਨੀ, ਤਾਂ ਬਕਾਇਦਾ ਤੌਰ 'ਤੇ ਰਿਕਾਰਡ ਬਣਾਉਂਦੇ ਨੇ, ਰਿਕਾਰਡ 'ਤੇ ਸਾਰਾ ਕੁਛ ਲਿਖਦੇ ਨੇ। ਤੇ ਜਦੋਂ ਉਹਨੂੰ ਜਾ ਕੇ ਕਿਹਾ ਜਾਂਦਾ ਕਿਉਂਕਿ ਅਸੀਂ ਫਲਾਂ ਇਲਾਕੇ ਤੋਂ ਆਏ ਹਾਂ, ਜਿਵੇਂ ਸਪੋਜ਼ ਕਰੋ ਸਾਡੇ ਜੇ ਕਿ ਸਾਡੇ ਇਲਾਕੇ ਦੇ ਲੋਕ ਨੇ, ਬਜ਼ੁਰਗ ਜਿਹੜੇ ਨੇ, ਉਹ ਪਾਰਟੀਸ਼ਨ ਤੋਂ ਪਹਿਲਾਂ ਇਨਡਿਵਾਈਡਡ ਇੰਡੀਆ ਦੇ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਹੈ, ਉਸ ਪਾਸੇ ਰਹਿੰਦੇ ਸੀਗੇ, ਤੇ ਉਹ ਜਾ ਕੇ ਕਿਹਾ ਜਾ ਕਿ ਓਕੇ ਅਸੀਂ ਫਲਾਂ ਜਗ੍ਹਾ ਤੋਂ ਆਏ ਹਾਂ, ਇੱਧਰ ਦੇ ਸ਼ਹਿਰ ਦਾ ਜੋ ਇਸ ਵਕਤ ਰਹਿ ਰਹੇ ਨਾਮ ਦੱਸੀਏ ਪਿੰਡ ਦਾ? ਕਹਿੰਦੇ ਨਹੀਂ ਨਹੀਂ ਛੱਡੋ, ਤੁਸੀਂ ਪੁਰਾਣਾ ਨਾਂ ਦੱਸੋ ਆਪਣਾ, ਕਿਹੜੇ ਪਿੰਡ ਤੋਂ ਆਏ ਹੋ ਪਿੱਛੋਂ? ਅੱਛਾ ਉਹ ਨਾਂ ਦੱਸਿਆ, ਅੱਛਾ ਠੀਕ ਹੈ, ਉਹ ਨਾਂ ਪੁੱਛ ਕੇ ਉਹਨਾਂ ਕਿਹਾ ਠੀਕ ਹੈ ਜੀ, ਤੁਹਾਡਾ ਬ੍ਰਾਹਮਣ ਜਿਹੜਾ ਹੈਗਾ ਉਹ ਫਲਾਂ ਜਗ੍ਹਾ 'ਤੇ ਜਾ ਕੇ ਬੈਠਦਾ, ਉੱਥੇ ਜਾਓ ਤੇ ਤੁਸੀਂ ਪਹੁੰਚ ਜਾਓ, ਉੱਥੇ ਹੈ ਨਹੀਂਗਾ। ਤੇ ਉਹ ਕਹਿੰਦੇ ਜੀ ਵੇਟ ਕਰੋ, ਆਏਗਾ 2 ਘੰਟੇ ਬਾਅਦ, ਉਹੀ ਕੰਮ ਕਰੇਗਾ, ਕਿਉਂਕਿ ਉਹਦੀ ਸੇਪ ਹੈ, ਇਹ ਉਹਦਾ ਰਿਜ਼ਰਵਡ ਇਲਾਕਾ ਆ, ਕੋਈ ਹੋਰ ਇਹਦੇ 'ਚ ਘੁਸਪੈਠ ਨਹੀਂ ਕਰ ਸਕਦਾ। ਸੋ ਇਸ ਕਿਸਮ ਨਾਲ ਔਰਗੇਨਾਈਜ਼ਡ ਉਹ ਸਿਸਟਮ ਅਜੇ ਤੱਕ ਉਹਨਾਂ ਨੇ ਸਥਾਪਿਤ ਕੀਤਾ ਹੈ। ਉਸ ਸਮੇਂ ਤੇ ਹੋਣਾ ਹੀ ਸੀਗਾ। ਖੈਰ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਬ੍ਰਾਹਮਣ ਤੇ ਮਿਣਸੇ ਸੀ, ਆਏ ਸੀ, ਬ੍ਰਹਮ ਭੋਜ ਹੋਇਆ, ਇਲਾਕਾ ਸਾਡਾ, ਬਾਹਰੋਂ ਕੌਣ ਆ ਗਿਆ? ਉਹ ਕਹਿੰਦੇ ਗੁਰੂ ਸਾਹਿਬ ਠੀਕ ਹੈ, ਸਾਡਾ ਇਤਰਾਜ਼ ਅਸੀਂ ਵਾਪਸ ਲੈਂਦੇ ਹਾਂ, ਤੁਸੀਂ ਦੱਸੋ ਬ੍ਰਾਹਮਣ ਹੈ ਕੌਣ ਸੀਗੇ? ਕੌਣ ਸੀਗੇ ਉਹ ਪੁਰੋਹਿਤ? ਅਸੀਂ ਉਹਨਾਂ ਨੂੰ ਆਪ ਜਾ ਕੇ ਪੁੱਛਾਂਗੇ, ਬਰਾਦਰੀ ਇਕੱਠੀ ਕਰਾਂਗੇ। ਬਾਬਾ ਜੀ ਕਹਿੰਦੇ ਵੀ ਦੱਸਣਾ ਕੀ, ਮਿਲਾ ਹੀ ਦਿੰਦੇ ਆ। ਕਹਿਣ ਲੱਗੇ ਜੀ ਇਸ ਤੋਂ ਵੱਡੀ ਤਾਂ ਗੱਲ ਹੀ ਨਹੀਂ ਹੋ ਸਕਦੀ, ਮਿਲਾਓ। ਸਾਹਮਣੇ ਤੋਂ ਭਾਈ ਬੰਨੋ ਜੀ ਪੂਰੀ ਤਰ੍ਹਾਂ ਰੂੜੀ ਨਾਲ ਲਿਬੜੇ ਨੇ, ਮਨਿਊਰ ਸਿਰ ਤੋਂ ਲੈ ਕੇ ਪੈਰਾਂ ਤੱਕ, ਸਿਰ ਤੇ ਟੋਕਰੀ ਵੀ ਚੱਕੀ ਹੈ ਮਨਿਊਰ ਦੀ, ਉਹ ਤੁਰੇ ਹੁੰਦੇ ਨੇ, ਉਹ ਲੈ ਕੇ ਸੇਵਾ ਕਰ ਰਹੇ ਨੇ, ਭੱਠੀ 'ਚ ਜਾ ਕੇ ਉਹਨਾਂ ਜਾ ਕੇ ਰੂੜੀ ਪਾਉਣੀ ਹੈ। ਬਾਬਾ ਜੀ ਕਹਿੰਦੇ ਉਹ ਦੇਖੋ ਸਾਡਾ ਪੁਰੋਹਿਤ ਕਿਸੇ ਕੇਸਰ ਦੇ ਟਿੱਕੇ ਨਾਲ ਲਾ ਕੇ ਹੋਏ ਨੇ ਆ ਰਿਹਾ, ਕਿਸੇ ਕੁਮਕੁਮ ਨਾਲ ਸ਼ਿੰਗਾਰਿਆ ਹੋਇਆ ਨਹੀਂਗਾ, ਕਿਸੇ ਅਤਰ ਫਲੇਰਾਂ ਦੇ ਉਹਨੇ ਜਿਹੜੇ ਨੇ ਜਾਂ ਚੰਦਨ ਰਗੜ ਕੇ ਤਿਲਕ ਨਹੀਂ ਲਗਾਏ, ਨਾ 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 ਨਾ। ਕਿਆ ਹਮਰਾ ਪੰਡਤ ਭਾਈ ਬੰਨੋ ਸਾਧ ਸੰਗਤ ਇਹ ਸੱਚ ਕਰ ਮੰਨੋ। ਸਾਡਾ ਪੁਰੋਹਿਤ ਭਾਈ ਬੰਨੋ ਹੈ ਤੇ ਸਤ ਸੰਗਤ ਦੀ ਇਹੀ ਸੱਚ ਹੈ ਸਾਡੇ ਵਾਸਤੇ। ਸੋ ਜਿਨ੍ਹਾਂ ਨੇ ਕਿਹਾ ਇਹ ਕੰਮੀ ਨੇ, ਬਾਬਾ ਜੀ ਕਹਿੰਦੇ ਨਾ, ਕਿਰਤੀ ਨੇ, ਤੇ ਕਿਰਤ ਬੜਾ ਵੱਡਾ ਕਾਰਜ ਹੈ। ਮੁਸ਼ੱਕਤੀ ਲੋਕਾਂ ਨੂੰ ਤਰਜੀਹ ਦਿੱਤੀ ਜਾਏ, ਸਮਾਜ ਮੁਸ਼ੱਕਤ ਕਰਨ ਵਾਲਿਆਂ ਨੇ ਸਿਰਜਿਆ ਆ, ਸੁਸਾਇਟੀ ਮੁਸ਼ੱਕਤ ਨਾਲ ਚੱਲਦੀ ਹੈ। ਇਹ ਸਾਰੀ ਦੀ ਸਾਰੀ ਜਿਹੜੀ ਲਾਹੋ ਲਸ਼ਕਤਾ ਹੈ ਇਹ ਮਿਹਨਤਾਂ ਦੇ ਸਿਰ ਤੇ ਆ ਰਹੀ ਹੈ।
ਸੋ ਇਸ ਕਰਕੇ ਭਗਤੀ ਦਾ ਭਾਵ ਵੀ ਉਹਨੂੰ ਸਮਝ ਆਏਗਾ ਜਿਹੜਾ ਸੰਸਾਰ ਵਿੱਚ ਰਹਿ ਕੇ ਮੁਸ਼ੱਕਤ ਕਰਨੀ ਸਿੱਖੇਗਾ, ਕਰਮ ਕਰਨਾ ਸਿੱਖੇਗਾ, ਕਰਮਸ਼ੀਲ ਹੋਏਗਾ। ਸੋ ਇਹ ਬਾਤ ਗੁਰਮਤਿ ਆਸ਼ੇ 'ਚ ਸਾਨੂੰ ਸਮਝਾਈ ਗਈ। ਅੱਜ ਜਦੋਂ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਪੜ੍ਹ ਰਹੇ ਆ ਨਾ, ਇੱਥੇ ਮਹਾਰਾਜ ਬਿਆਨ ਕਰਦੇ, ਇੱਥੇ ਸੋਭਨੀਕ ਕੌਣ ਨੇ, ਸੋਹਣੇ ਕੌਣ ਨੇ। ਸੋਹਣੇ ਉਹ ਨਹੀਂ ਕਿ ਜਿਹੜੇ ਸਵਰਨ ਖਵਾਉਂਦੇ, ਜਿਨ੍ਹਾਂ ਕੋਲ ਇਤਰ ਫਲੇਰਾਂ ਦੀ ਮੁਸ਼ਕ ਜਿਹੜੀ ਹੈ ਉਸ ਤਰੀਕੇ ਦੀ ਖੁਸ਼ਬੂ ਆਉਂਦੀ ਨਾ। ਸਾਡੇ ਘਰ ਦੇ 'ਚ ਤੇ ਸੋਹਣਿਆਂ ਦੇ 'ਚ ਸਭ ਤੋਂ ਸੋਹਣਾ ਕੌਣ ਹੈ? ਸਾਡੇ ਲਈ ਤੇ ਬਹੁਤ ਸੋਹਣਾ ਭਗਤ ਰਵਿਦਾਸ ਹੈ। ਸਮਾਜ ਕਹਿੰਦਾ ਉਹ ਸੋਹਣਾ ਕਿਵੇਂ ਹੋ ਸਕਦਾ ਆ? ਉਹਦੇ ਤੇ ਹੱਥਾਂ 'ਚੋਂ ਚਮੜੇ ਦੀ ਮੁਸ਼ਕ ਆਉਂਦੀ ਹੈ, ਉਹਦੇ ਤੇ ਸਾਰੇ ਜਿਹੜਾ ਹੈਗਾ ਪਿੰਡੇ ਦੇ ਵਿੱਚੋਂ ਕਿਉਂਕਿ ਮਰੇ ਡੰਗਰ ਚੁੱਕਦਾ ਆ। ਰਵਿਦਾਸ ਟੋਹੰਦਾ ਢੋਰ ਨੀਤ ਤਿਨ ਤਿਆਗੀ ਮਾਇਆ, ਉਹ ਤੇ ਮਰੇ ਡੰਗਰ ਚੁਗ ਰਿਹਾ ਹਰ ਵਕਤ। ਉਹ ਤੇ ਖੁਦੇ ਬਿਆਨ ਕਰਦੇ ਕਿ ਮੇਰੀ ਜਾਤ ਕੁਟੁੰਬ ਬਾਂਡਲਾ ਢੋਲ ਟਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੋਤ, ਤੇਰੀ ਨਾਮ ਸ਼ਰਨਾਏ ਰਵਿਦਾਸ ਦਾਸਾ। ਕਹਿਣ ਲੱਗੇ ਹਕੀਕਤ ਇਹ ਹੈ ਕਿ ਮੈਨੂੰ ਤੇ ਮੇਰੀ ਜ਼ਾਤ ਵਾਲਿਆਂ ਨੂੰ ਤੇ ਕੰਮ ਹੀ ਸਮਾਜ ਨੇ ਇੱਕ ਦਿੱਤਾ ਹੈ, ਮਰੇ ਡੰਗਰ ਚੁੱਕਣੇ, ਉਹ ਰੇੜ ਕੇ ਲੈ ਜਾਣੇ ਦੂਰ ਨਗਰ ਤੋਂ, ਤੇ ਉੱਥੇ ਜਾ ਕੇ ਉਹਨਾਂ ਦੀ ਚਮੜਾ ਲਾਉਣਾ, ਉਹ ਸਾਫ਼ ਕਰਨਾ, ਉਹਨਾਂ ਦੀਆਂ ਜੁੱਤੀਆਂ ਬਣਾਉਣੀਆਂ ਸਭ। ਪਰ ਮਹਾਰਾਜ ਬਿਆਨ ਕਰਦੇ ਚੰਦਨ ਦੀਆਂ ਇਤਰ ਫਲੇਰਾਂ ਲਾਉਣ ਵਾਲਿਆਂ ਨਾਲੋਂ ਉਹ ਕਿਤੇ ਸੋਭਨੀਕ ਤੇ ਕਿਤੇ ਸੋਹਣਾ ਆ, ਕਿਤੇ ਖੁਸ਼ਬੂ ਮਾਰਦਾ ਆ। ਕਿਉਂ? ਕਿਉਂਕਿ ਉਹਦੇ ਜੀਵਨ ਦੇ ਅਮਾਲ, ਉਹਦੇ ਅੰਦਰ ਦੀ ਜਿਹੜੀ ਇਨਸਾਨੀਅਤ ਹੈ, ਰੂਹਾਨੀਅਤ ਹੈ, ਉਹ ਬੜੀ ਆਭਾ ਮੰਡਤ ਹੈ। ਇਹ ਸੋਭਨੀਕ ਹੈ, ਇਹ ਸੋਹਣਾ ਆ। ਜਿਹੜਾ ਬਚਨ ਇੱਥੇ ਆ ਰਿਹਾ ਨਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ, ਫਿਰ ਕਿਆ ਜੋ ਹਰ ਸੇਵ ਹੈ ਤੇ ਸਦਾ ਸੇ ਸਦਾ ਸੋ ਹੈ। ਕਿਉਂਕਿ ਉਹ ਹਰੀ ਦੀ ਸੇਵਾ 'ਚ ਲੱਗੇ ਨੇ, ਉਹ ਮਾਨਵਤਾ ਦੇ ਕਲਿਆਣ ਹਿਤ ਕਾਰਜਸ਼ੀਲ ਨੇ। ਉਹਨਾਂ ਨੂੰ ਲਾਲਚ ਨਹੀਂ ਇਕੱਲਾ ਡਰਾਈਵ ਕਰਦਾ, ਉਹਨਾਂ ਨੂੰ ਕਦੇ ਸੰਸਾਰ ਦਾ ਹੰਕਾਰ ਨਹੀਂ ਡਰਾਈਵ ਕਰਦਾ। ਉਹ ਸੰਸਾਰ ਦੇ ਵਿੱਚ ਕਿਸੇ ਖਾਸ ਜਗ੍ਹਾ ਤੇ ਬੈਠ ਕੇ ਦੂਜੇ ਲੋਕਾਂ ਨੂੰ ਆਪਣੇ ਗੁਲਾਮ ਬਣਾ ਕੇ ਇਹੋ ਜਿਹਾ ਜੀਵਨ ਬਤੀਤ ਨਾ ਕਰਦੇ। ਸੋ ਉਹ ਸੋਹਣੇ ਨੇ, ਉਹ ਸਦਾ ਸੋਹਣੇ। ਸੋਭਾ ਸੁਰਤ ਸੁਹਾਵਣਿਆ, ਸੋਭਾ ਸੁਰਤ ਸੁਹਾਵਣਿਆ, ਜਿਹੜੀ ਸੁਰਤ ਜਦੋਂ ਸ਼ੋਭਨੀਕ ਸਮੇਂ ਵਿੱਚ ਹੋਏ, ਬੰਦੇ ਦੇ ਅੰਦਰ ਜਿਹੜੀ ਵੱਡੀ ਅਲਾਮਤ ਆ ਉਹ ਹੈ ਆਲੇ ਦੁਆਲੇ ਤੋਂ, ਆਲੇ ਦੁਆਲੇ ਨਾਲ ਨਫ਼ਰਤ ਕਰਨੀ, ਕਿਸੇ ਨੂੰ ਨੀਵਾਂ ਵੇਖਣਾ, ਕਿਸੇ ਨੂੰ ਜੱਜ ਕਰਨਾ, ਆਪ ਰਿਜੈਕਸ਼ਨ ਜਿਹੜੀ ਆ ਲੋਕਾਂ ਦੀ ਨਾ ਐਕਸੈਪਟ ਕਰਨੀ ਤੇ ਦੂਜਿਆਂ ਨੂੰ ਰਿਜੈਕਟ ਕਰਨਾ। ਇਹ ਜਿਹੜਾ ਸਮਾਜ ਦਾ ਹਾਲਤ ਆ, ਹਾਲਤ ਤੇ ਇਹ ਚਾਹੀਦੀ ਹੈ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਰਿਜੈਕਸ਼ਨ ਹੀ ਹੁੰਦੀ ਹੈ ਨਾ ਜਦੋਂ ਕੋਈ ਨਿੰਦਿਆ ਕਰਦਾ, ਕਹਿੰਦਾ ਨਹੀਂ ਨਹੀਂ ਇਹ ਤਾਂ ਬਹੁਤ ਭੈੜਾ ਬੰਦਾ ਹੈ, ਬਹੁਤ ਮਾੜਾ ਬੰਦਾ ਹੈ, ਤੇ ਗੱਲ ਹੀ ਨਹੀਂ ਕੀਤੀ ਜਾਏ। ਕਿਉਂਕਿ ਕੋਈ ਗੱਲ ਨਹੀਂ, ਤੁਹਾਡੀ ਨਜ਼ਰ 'ਚ ਮਾੜਾ ਭਾਈ, ਧੰਨਵਾਦ ਤੁਹਾਡਾ। ਮੇਰੀ ਨਜ਼ਰ 'ਚ ਤੁਸੀਂ ਬੜੇ ਚੰਗੇ ਹੋ, ਤੁਸੀਂ ਰੱਬ ਦੇ ਬੰਦੇ ਹੋ, ਤੁਹਾਡੇ ਅੰਦਰ ਰੱਬ ਦੀ ਜੋਤ ਆ। ਹੁਣ ਇਹ ਜਿਹੜੀ ਇਸ ਅਵਸਥਾ 'ਚ ਰਹਿਣਾ, ਮੈਂ ਜਜਮੈਂਟਲ ਕਿਵੇਂ ਹੋ ਸਕਦਾ? ਕਰਤਾਰ ਨੇ ਤੁਹਾਨੂੰ ਜੀਵਨ ਦਿੱਤਾ ਹੈ, ਕਰਤਾਰ ਤੁਹਾਡੇ 'ਚ ਵਸ ਰਿਹਾ ਹੈ। ਇਹ ਹੈ ਸੋਭਾ ਸੁਰਤ, ਇਹ ਹੈ ਇੱਕ ਹਾਇਰ ਲੈਵਲ ਦਾ ਥਿੰਕਿੰਗ ਜਿਹੜਾ ਹੈਗਾ ਬੰਦੇ 'ਚ ਕੈਲੀਬਰ ਆ ਜਾਣਾ ਇਸ ਤਰੀਕੇ ਨਾਲ। ਇਹ ਸਿੱਖੀ ਦੀ ਰੂਹਾਨੀਅਤ ਹੈ। ਮੈਂ ਤੇ ਬੇਨਤੀ ਕਰਾਂ, ਬੀਤੇ ਕੱਲ੍ਹ ਹੀ ਮੈਂ ਕੋਈ ਪੜ੍ਹ ਰਿਹਾ ਸੀਗਾ ਤੇ ਬਚਨ ਹੀ ਇੱਥੋਂ ਸ਼ੁਰੂ ਹੋ ਰਿਹਾ ਸੀਗਾ ਕਿ ਅੱਜ ਦੇ ਮਾਹੌਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੀ ਇੱਕ ਬੰਦੇ ਵਾਸਤੇ ਅਸਲ ਵਿੱਚ ਉਮੀਦ ਦੀ ਕਿਰਨ ਆ। ਅਦਰਵਾਈਜ਼ ਬੰਦਾ ਨਕੋ ਨਕ ਨਫ਼ਰਤ ਨਾਲ ਭਰਿਆ ਪਿਆ ਹੈ, ਭਾਵੇਂ ਉਹ ਧਰਮ ਦੇ ਮੰਡਲ 'ਚ ਲੈ ਲਓ, ਭਾਵੇਂ ਕਿਸੇ ਜਗ੍ਹਾ 'ਚ ਲੈ ਲਓ। ਅੱਜ ਅਸੀਂ 21ਵੀਂ ਸਦੀ ਦੀਆਂ ਗੱਲਾਂ ਕਰਦੇ ਹਾਂ, ਅੱਜ ਅਸੀਂ 21ਵੀਂ ਸਦੀ ਦੇ ਦੂਸਰੇ ਦਹਾਕਾ ਖਤਮ ਹੋ ਗਿਆ, ਤੀਸਰਾ ਸ਼ੁਰੂ ਹੋ ਗਿਆ, ਉਹਦੀਆਂ ਗੱਲਾਂ ਕਰਦੇ ਹਾਂ, ਇਨੋਵੇਟਿਵ ਵਰਲਡ ਦੀਆਂ ਗੱਲਾਂ ਕਰਦੇ ਹਾਂ, ਸਭ ਰੂਪਾਂ ਦੇ 'ਚ ਗੱਲਾਂ ਹੋ ਰਹੀਆਂ। ਅੱਜ ਦੀ ਦੁਨੀਆ ਦੇ 'ਚ ਅਫਗਾਨਿਸਤਾਨ ਵਰਗਾ ਖਿੱਤਾ ਹੋਏ, ਜਿੱਥੇ ਇਹ ਕਿਹਾ ਜਾ ਰਿਹਾ ਹੋਏ ਕਿ ਅਸੀਂ ਨਾ ਆਪਣੇ ਮਜ਼ਹਬ ਦੇ ਨਾਲ, ਮਜ਼ਹਬ ਦਾ ਹੀ ਫਲਾਹ ਕਰਨਾ ਸਾਰੇ ਦਾ ਸਾਰਾ, ਦੁਨੀਆ ਆਪਣੇ ਮਜ਼ਹਬ ਵਿੱਚ ਰੰਗ ਦੇਣੀ ਹੈ। ਗੈਰ ਮਨੁੱਖੀ ਕਦਰਾਂ ਕੀਮਤਾਂ ਦਾ ਉੱਥੇ ਮਜਮਾ ਲੱਗਣ ਦਾ ਡਰ ਲੋਕਾਂ ਨੂੰ ਸਤਾ ਰਿਹਾ ਹੋਇਆ। ਲੋਕ ਇਹ ਸੋਚਦੇ ਹੁਣ ਕਿ ਜਿਹੜੀ ਐਮਨੈਸਟੀ ਹੈ, they are not going to establish at all. Humanity is going to actually killed over there. There's this kind of fear people have in their mindset. ਇਹ ਜਿਹੜੀਆਂ ਚੀਜ਼ਾਂ ਇਸ ਸਮਾਜ 'ਚ ਅੱਜ ਵੀ ਵੇਖ ਰਹੇ ਹਾਂ, ਅੰਡਰ ਦਾ ਨੇਮ ਆਫ ਰਿਲੀਜਨ, ਅੰਡਰ ਦਾ ਨੇਮ ਆਫ ਮਜ਼ਹਬ, ਇਹ ਸਾਰਾ ਤੇ ਇਹ ਸਮਾਜ ਵੇਖ ਰਿਹਾ ਸਾਰੇ ਦਾ ਸਾਰੀਆਂ ਚੀਜ਼ਾਂ। ਤੇ ਤੋਂ ਪਤਾ ਲੱਗਦਾ ਹੈ ਕਿ ਬੰਦੇ ਦੀ ਸੁਰਤ ਜਿਹੜੀ ਆ ਉਹ ਕੋਈ ਬਹੁਤ ਉਚੇਰੀ ਜਗ੍ਹਾ ਨਹੀਂ ਪਹੁੰਚੀ। ਫਿਰ ਇਹ ਵੀ ਹੈ ਜਿਹੜੇ ਲੋਕ ਬੜੀਆਂ ਹਾਮੀਆਂ ਵੀ ਭਰਦੇ ਕਿ ਅਸੀਂ ਬਹੁਤ ਵੱਡੇ ਜੀ ਅਲੰਬਰਦਾਰ ਹਾਂ ਸਭ ਚੀਜ਼ਾਂ ਦੇ, ਉਹਨਾਂ ਦੇ ਆਪਣੇ ਜਗ੍ਹਾ ਤੇ ਕੀ ਹੋ ਰਿਹਾ। ਪ੍ਰੈਜ਼ੀਡੈਂਟ ਦੀ ਜਦੋਂ ਪਾਵਰ ਟਰਾਂਸਫਰ ਦੀ ਹਾਲਤ ਸੀ, ਕੀ ਹਾਲਤ ਬਣੀ ਪਈ ਸੀ ਅਮਰੀਕਾ 'ਚ, ਲੋਕੀ ਦਿਲ ਫੜ ਕੇ ਬੈਠੇ ਸਨ, ਖਾਸ ਕਰਕੇ ਮਿਨੋਰਟੀਜ਼ ਵਾਲੇ ਲੋਕ, ਤੇ ਹੋਰ ਵੀ ਪਤਾ ਨਹੀਂ ਕੀ ਇਸ ਸਮੇਂ ਕੀ ਬਣ ਜਾਣਾ ਹੈਗਾ। ਸੋ ਇਹ ਬੰਦੇ ਦੀ ਸੁਰਤ ਜਿਹੜੀ ਹੈ ਇਹ ਕਿਸੇ ਸ਼ੋਭਨੀਕ ਅਵਸਥਾ 'ਚ ਨਹੀਂ ਹੈਗੀ। ਫਿਰ ਉਮੀਦ ਕਿੱਥੋਂ ਕੀਤੀ ਜਾਏ? ਉਮੀਦ ਲੋਕੀ ਲੀਡਰਾਂ ਤੋਂ ਕਰਦੇ ਨੇ, ਉਮੀਦ ਲੋਕੀ ਸਮਾਜ ਦੇ
So when I'm saying leader, leader mean not only political leader, religious leader, spiritual leader, social leader, leader of communities. Where are they? So in that way, even we can actually have some sort of, you can say, ਜਿਹੜੀ ਹੈਗੀ ਏ ਉਮੀਦ, hope, ਉਹ religious scriptures ਤੋਂ, ਤੇ ਉਹਨਾਂ ਦੇ ਵਿੱਚ ਵੀ ਜੇ ਇਸ ਕਿਸਮ ਦੀ ਬਾਤ ਆ ਰਹੀ ਹੋਏ ਕਿ ਸਿਰਫ ਇਹੀ ਇੱਕ ਬਲੀਵ ਸਿਸਟਮ ਜਿਹੜਾ ਅਡਾਪਟੇਬਲ ਹੈ, ਇਹੀ ਇੱਕ ਬਲੀਵ ਸਿਸਟਮ ਅਲਟੀਮੇਟ ਆ, ਇਹੀ ਇੱਕ, ਕੀ ਹੋਏਗਾ ਸਮਾਜ ਦਾ? ਸਮਾਜ ਨਫ਼ਰਤਾਂ ਦੇ ਅੱਗੇ ਭਰਿਆ ਪਿਆ। ਜਿੱਥੇ ਆਵਾਜ਼ ਇਹ ਹੋਏ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਏ, ਕੀ ਫਰਕ ਪਏਗਾ? ਕੋਈ ਹੱਥ ਜੋੜ ਕੇ ਰੱਬ ਰੱਬ ਕਰ ਲੇ, ਕੋਈ ਹੱਥ ਖੋਲ ਕੇ ਰੱਬ ਰੱਬ ਕਰ ਲੇ, ਕੀ ਫਰਕ ਪਏਗਾ? ਕੋਈ ਮੱਥਾ ਟੇਕ ਕੇ ਰੱਬ ਰੱਬ ਕਰ ਲੇ ਤੇ ਕੋਈ ਐਵੇਂ ਕਰਕੇ ਰੱਬ ਰੱਬ ਕਰ ਲੇ, ਕੀ ਫਰਕ ਪਏਗਾ? ਫਰਕ ਉਦੋਂ ਪਏਗਾ ਜਦੋਂ ਮਨੁੱਖ ਦੇ ਨਾਲ ਨਫ਼ਰਤ ਕਰੇਗਾ, ਉਹਦੇ ਰੰਗ ਕਰਕੇ, ਉਹਦੇ ਮਜ਼ਹਬ ਕਰਕੇ, ਉਹਦੀ ਸੁਰਤ ਕਰਕੇ, ਤੇ ਉੱਥੇ ਗੈਰ ਮਨੁੱਖੀ ਅਨਹਿਊਮਨ ਬਿਹੇਵੀਅਰ ਜਿਹੜਾ ਉਹਨੂੰ ਐਕਸਰਸਾਈਜ਼ ਕਰੇਗਾ। ਇਹ ਹੈ ਬੰਦੇ ਨੂੰ ਸਿੱਧੇ ਤੌਰ ਤੇ ਦਿਸੇ ਕਿ ਭਾਈ ਨਾ ਇਹ ਅਨਐਕਸੈਪਟੇਬਲ ਆ। ਇੱਥੇ ਅਨਐਕਸੈਪਟੇਬਲ ਚੀਜ਼ ਇਹ ਨਹੀਂ ਕਿ ਕਿਉਂਕਿ ਉਹਨੇ ਇਸ ਤਰੀਕੇ ਨਾਲ ਰੱਬ ਦਾ ਨਾਂ ਲਿਆ, ਇਸ ਤਰੀਕੇ ਨਾਲ, ਇੱਥੇ ਅਨਐਕਸੈਪਟੇਬਲ ਚੀਜ਼ ਹੈ ਉਹਨੇ ਅਨਹਿਊਮਨ ਵੈਲਿਊਜ਼ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਉਹ ਤੋਂ ਵਾਰਨੇ ਜਾਣਾ ਜਿਹੜਾ ਇਸ ਸੁਰਤ ਦਾ ਧਾਰਨੀ ਹੋ ਗਿਆ ਹੈਗਾ। ਰਹਾਉ ਹੈ ਸ਼ੁਰੂਆਤੀ ਬੰਦ ਹੈ ਦਾ, ਸੱਚਾ ਸੇਵੀ ਸੱਚ ਸਾਲਾਹੀ, ਸੱਚੇ ਨਾਏ ਦੁੱਖ ਕਬਹੀ ਨਾਹੀ। If we try to translate such word in any sort of English terminology in a spiritual sense, then we can definitely translate such word in truth or truthfulness, but in reality that such mean integrity, ਜਿਹੜੀ ਹਿਊਮੈਨਿਟੀ ਸਭ ਤੋਂ ਵੱਧ ਲੈਕ ਕਰ ਰਹੀ ਹੈ। ਟਰੂਥਫੁਲ ਲਿਵਿੰਗ ਕਹਿ ਲਓ, ਜਿਹੜੀ ਉਹ ਲੈਵਲ ਆ ਕਿ ਬੰਦਾ ਆਪਣੇ ਐਥਿਕਸ ਨੂੰ, ਆਪਣੇ ਜ਼ਮੀਰ ਪ੍ਰਸਤਗੀ ਦੇ ਵਿੱਚ ਆਵੇ। ਸਪੋਜ਼ ਕਰੋ ਮੈਨੂੰ ਕੋਈ ਸਟੇਅਰ ਵੀ ਕਰੇ ਤੇ ਮੈਨੂੰ ਬੜਾ ਬੁਰਾ ਲੱਗਦਾ ਆ, ਤੇ ਮੈਂ ਸਟੇਅਰ ਕਰਨਾ ਤੇ ਇੱਕ ਪਾਸੇ ਰਿਹਾ, ਮੈਂ ਦੂਜਿਆਂ ਨੂੰ ਜੱਜ ਕਰਕੇ ਨੀਵਾਂ ਵਿਖਾਵਾਂ, ਮਾੜਾ ਵਿਖਾਵਾਂ, ਭੈੜਾ ਦੱਸਾਂ, ਤੇ ਮੈਨੂੰ ਕੋਈ ਕੇਅਰ ਨਾ ਹੋਏ। ਇਹਦਾ ਮਤਲਬ ਮੈਂ ਇੰਟੀਗ੍ਰਿਟੀ ਵਾਲੇ ਲੈਵਲ ਤੇ ਨਹੀਂ ਹੈਗਾ, ਮੈਂ ਡਬਲ ਸਟੈਂਡਰਡ 'ਚ ਜੀ ਰਿਹਾ ਵਾਂ। ਮੇਰੇ ਬੱਚੇ ਨੂੰ ਭੁੱਖ ਲੱਗੇ ਜਾਂ ਭੁੱਖ ਨਾ ਵੀ ਲੱਗੇ ਤੇ ਉਹਨੂੰ ਫੂਡ ਵੀ ਚਾਹੀਦਾ, ਸਾਰਾ ਕੁਝ ਚਾਹੀਦਾ ਉਸ ਰੂਪ ਦੇ ਵਿੱਚ, ਤੇ ਕਿਤੇ ਸਮਾਜ ਦੇ ਲੋਕ, ਇਨਸਾਨ ਜਿਹੜੇ ਨੇ ਉਹ ਇਸ ਤਰੀਕੇ ਨਾਲ ਮਰ ਰਹੇ ਹੋਣ, ਦੁੱਪਰ ਹੋ ਰਹੇ ਹੋਣ, ਤੇ ਮੈਂ ਕਹਾਂ ਹੂ ਕੇਅਰ, ਮੈਨੂੰ ਕਾਹਦੀ ਕੇਅਰ ਹੈਗੀ ਹੈ? ਇਹਦਾ ਮਤਲਬ ਮੇਰੀ ਟਰੂਥਫੁਲਨੈਸ ਨਹੀਂ ਹੈਗੀ ਸੋਸਾਇਟੀ ਦੇ ਪ੍ਰਤੀ। ਇੱਥੇ ਮਹਾਰਾਜ ਨੇ ਬਿਆਨ ਕੀਤਾ ਸੱਚ ਸੇਵੀ ਸੱਚ ਸਾਲਾਹੀ। ਹੁਣ ਚਾਹੇ ਸਾਡਾ ਸਾਰਿਆਂ ਦਾ ਰੋਲ ਕਿੰਨਾ ਕਿਹਾ, ਭਈ ਇੰਨਾ ਕੁ ਰੋਲ ਹੈ ਕਿ ਰਿਐਲਿਟੀ ਨੂੰ ਐਟਲੀਸਟ ਐਕਸੈਪਟ ਤੇ ਕੀਤਾ ਜਾਏ, ਸੱਚ ਦੇ ਨੇੜੇ ਤੇ ਰਿਹਾ ਜਾਏ। ਤੇ ਇੱਥੇ ਸੱਚ ਇਹ ਵੀ ਹੈ ਕਿ ਬਾਣੀ ਕਹਿੰਦੀ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਇੱਥੋਂ ਹੀ ਸਮਝ ਕੇ ਚੱਲ ਘੱਟ ਤੋਂ ਘੱਟ, ਜੱਜ ਕਰਨਾ ਹੀ ਬੰਦ ਕਰ ਆਲੇ ਦੁਆਲੇ ਨੂੰ। ਚੰਗਿਆਈਆਂ, ਅੱਛਿਆਈਆਂ, ਜਿਹੜੀਆਂ ਮਨੁੱਖਵਾਦੀ ਸੋਚਾਂ ਨੇ, ਇਹਨਾਂ ਦੇ ਫੈਲਾਅ ਵਿੱਚ ਕੁਝ ਕੰਟਰੀਬਿਊਟ ਕਰ। ਸੱਚ ਸਾਲਾਂ ਸੱਚ ਸੇ, ਸੱਚਾ ਸੇਵੀ ਸੱਚ ਸਾਲਾਂ ਹੀ, ਸੱਚਾ ਨਾਏ ਦੁੱਖ ਕਬਹੀ ਨਾਹੀ। ਦੁੱਖ ਕਬਹੀ ਨਾਹੀ, ਦੁੱਖ ਇੱਕ ਸਾਂਝੇ ਵਰਤਾਰੇ ਵਿੱਚ ਗੁਰਮਤਿ ਨੇ ਵੇਖਿਆ ਆ। ਦੁੱਖ ਨਿੱਜੀ ਰੂਪ ਦੇ ਵਿੱਚ ਦੇਖਣ ਦੀ ਬੰਦੇ ਦੀ ਸੋਚ ਜਿਹੜੀ ਹੈ, ਇਹ ਬੜੀ, ਜਿਹਨੂੰ ਕਹਿ ਲਓ ਕਿ ਨੈਰੋ ਮਾਈਂਡਡ ਹੋਣ ਦੀ ਗੱਲ ਆ। ਕੰਫਰਟ ਨੂੰ ਸੁੱਖ ਮੰਨ ਲਿਆ, ਤੇ ਕੰਫਰਟ ਮੈਨੂੰ ਹਰ ਲੈਵਲ ਤੇ ਪ੍ਰੋਵਾਈਡ ਹੁੰਦਾ ਰਿਹਾ, ਮੈਂ ਉਹਦੇ ਵਾਸਤੇ ਦਿਨ ਰਾਤ ਯਤਨ ਕਰਦਾ ਰਿਹਾ। ਪਰ ਇਹ ਸੋਚਿਆ ਨਹੀਂ ਕਿ ਇਸ ਸਾਰੇ ਦੇ ਅੰਦਰ ਰਹਿੰਦਿਆਂ ਹੋਇਆਂ ਜਿਹੜੀ ਸਟੇਟ ਆਫ ਮਾਈਂਡ ਆ, ਉਸ ਨੂੰ ਵੀ ਉੱਚਿਆਂ ਚੁੱਕਿਆ ਜਾਏ ਥੋੜਾ ਬਹੁਤਾ। ਹੁਣ ਸਪੋਜ਼ ਕਰੋ ਕੰਫਰਟ ਦੀ ਗੱਲ ਕੀਤੀ, ਕੰਫਰਟ ਦਾ ਮਤਲਬ ਇਹ ਆ ਹਰ ਤਰ੍ਹਾਂ ਦੀ ਫੈਸਿਲਿਟੀ ਘਰ ਮੌਜੂਦ ਹੋਏ। ਠੀਕ ਹੈ ਜੀ, ਕੈਨੇਡੀਅਨ ਨਾਰਥ ਅਮਰੀਕਨ ਕਲਚਰ 'ਚ ਅਸੀਂ ਬੜੀ ਐਫਰਟ ਪਾਉਂਦੇ, ਮਿਲ ਵੀ ਜਾਂਦਾ। ਬੱਚੇ ਨੂੰ ਅਹਿਸਾਸ ਹੋਇਆ ਵੀ ਵਧੀਆ ਘਰ, ਸ਼ੈਲਟਰ ਵਧੀਆ ਬਣਿਆ ਆ, AC ਲੱਗਾ ਆ, ਗੱਡੀਆਂ ਮਹਿੰਗੀਆਂ ਨੇ, ਐਵਰੀਥਿੰਗ ਆਈ ਹੈਵ ਆਲ ਦੀਸ ਥਿੰਗਸ ਹੈ ਨਾ, ਉਸ ਤਰੀਕੇ ਨਾਲ। ਤੇ ਉਹਨੂੰ ਲੱਗਾ ਕਿ ਇਹ ਤੇ ਐਵੇਂ ਹੀ ਰਹੇਗਾ। ਉਹਨੂੰ ਅਸੀਂ ਕਹਿੰਦੇ ਨਾ ਤੂੰ ਮਿਹਨਤ ਕਰਿਆ ਕਰ, ਹਾਰਡ ਵਰਕ ਕਰਿਆ ਕਰ, ਇਹ ਸਭ ਚੀਜ਼ਾਂ ਕਰਿਆ ਕਰ। ਹੁਣ ਉਹ ਸੋਚਦਾ ਕਿੱਡਾ ਪਾਗਲਪਨ ਆ, ਜਦੋਂ ਮਨ ਹੀ ਨਹੀਂ ਕਰਦਾ ਪੜ੍ਹਨ ਨੂੰ, ਕਿਉਂ ਪੜ੍ਹਿਆ ਜਾਏ? ਜਦੋਂ ਹੁਣ ਇਹ ਸਾਰਾ ਕੁਛ ਕਿਸ ਲੈਵਲ ਤੇ ਆ ਰਿਹਾ? ਇਹ ਆ ਰਿਹਾ ਮਨ ਦੀ ਉਸ ਦੁਨੀਆ ਜਿਹਦੇ 'ਚ ਲੇਜ਼ੀਨੈਸ ਆ ਰਹੀ ਹੈ, ਜਿਹਦੇ 'ਚ ਸਭ ਚੀਜ਼ਾਂ ਆ ਰਹੀਆਂ। ਤੇ ਆ ਕਿੱਥੋਂ ਰਹੀਆਂ? ਉਸ ਮਾਹੌਲ ਦੇ ਵਿੱਚੋਂ। ਫਿਰ ਉਹ ਦੁੱਖ ਕੀ ਹੁੰਦਾ? ਓ ਹੋ ਇਹ ਤੇ ਆਖੇ ਨਹੀਂ ਲੱਗਦਾ ਮੇਰੇ, ਇਹ ਤੇ ਬੱਚੇ ਮੇਰੇ ਸੁਣਦੇ ਨਹੀਂ ਗੇ ਭਾਈ।
ਭਈ ਉਹ ਕੰਫਰਟ ਜ਼ੋਨ ਕ੍ਰੀਏਟ ਕਰਦਿਆਂ ਕਰਦਿਆਂ ਇੱਥੋਂ ਤੱਕ ਕੌਣ ਲੈ ਕੇ ਆਇਆ। ਜੇ ਉਸ ਮੁਸ਼ੱਕਤ ਦੇ ਰਾਹ ਨੂੰ ਥੋੜਾ ਉਹ ਵੀ ਵੇਖਦੇ, ਤੂੰ ਵੀ ਵੇਖਦਾ, ਇਕੱਠੇ ਉਸ ਲੈਵਲ ਤੇ ਵੇਖਦੇ, ਤੇ ਅਹਿਸਾਸ ਇਹ ਹੁੰਦਾ ਜੀਵਨ ਨੂੰ ਕੋਈ ਹਰ ਲੈਵਲ ਤੇ ਲੈ ਕੇ ਜਾਣਾ ਆ। ਮਾਫੀ ਮੰਗਾਂਗਾ ਮੈਂ, ਕਈ ਵਾਰੀ ਚੀਜ਼ਾਂ ਬਹੁਤੀਆਂ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ we were totally used to listen some sort of very polite and very you can ਮਤਲਬ ਪੋਲਿਸ਼ ਕੀਤੀ ਹੋਈ ਸਾਰੇ ਦੀ ਸਾਰੀ ਗੱਲਬਾਤ ਜਿਹੜੀ ਹੈ। ਇਸ ਚੀਜ਼ ਵਿੱਚੋਂ ਗੁਰਮਤ ਦਾ ਸਕੂਲ ਬਹੁਤਾ ਸਮਝ ਨਹੀਂ ਆਉਣਾ, ਜੋ ਗੁਰਮਤ ਦਾ ਸਕੂਲ ਤੇ ਹੈ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਭਾਈ ਦੁੱਖ ਨੂੰ ਦਾਰੂ ਸਮਝ, ਸੁੱਖ ਨੂੰ ਰੋਗ ਸਮਝ। ਬਾਬਾ ਜੀ ਕਿਹੜੀ ਗੱਲ ਕਰਦੇ ਹੋ, ਸੁੱਖ ਤੇ ਹਰ ਬੰਦਾ ਮੰਗ ਰਿਹਾ। ਮਹਾਰਾਜ ਕਹਿੰਦੇ ਜਿਹਨੂੰ ਤੂੰ ਸੁੱਖ ਸਮਝ ਰਿਹਾ ਸੁੱਖ ਨਹੀਂ, ਲੌਂਗ ਰਨ ਚ ਦੁੱਖ ਆ। ਦੁੱਖ ਦਾ ਅਹਿਸਾਸ ਕਰ। ਜੀਵਨ ਚੈਲੰਜਸ ਦਾ ਨਾਂ ਹੈ, ਚੈਲੰਜਸ ਐਕਸੈਪਟ ਕਰ ਆਪਣੇ ਤੌਰ ਤੇ, ਆਲੇ ਦੁਆਲੇ ਦੇ ਤੌਰ ਤੇ। ਫਿਰ ਸਮਾਜ ਨੂੰ, ਸੰਸਾਰ ਨੂੰ ਕੁਝ ਦੇਣ ਵਾਸਤੇ ਕੁਝ ਵਲੰਟੀਅਰ ਵਰਕ ਵੀ ਕੀਤਾ ਜਾਏ, ਕੁਝ ਦੂਜਿਆਂ ਦੇ ਦੁੱਖ ਵਿੱਚ ਸ਼ਾਮਲ ਵੀ ਹੋਇਆ ਜਾਏ। ਹੁਣ ਅੱਜ ਅਸੀਂ ਅਹਿਸਾਸ ਕਰੀਏ, ਛੋਟੀਆਂ ਛੋਟੀਆਂ ਚੀਜ਼ਾਂ ਜੇ ਮੈਂ ਨਾਲ ਇਹਦੇ ਨਾਲ ਮੈਂਸ਼ਨ ਕਰਾਂ ਤੇ ਬੰਦੇ ਨੂੰ ਆਪਣੀ ਛੋਟੀ ਮੋਟੀ ਸਿਹਤ ਦੀ ਤਕਲੀਫ, ਛੋਟੀ ਮੋਟੀ ਪਰਿਵਾਰ ਦੀ ਤਕਲੀਫ ਬੜੀ ਵੱਡੀ ਲੱਗਦੀ ਹੈ। ਕੁਝ ਦਿਨ ਹਸਪੀਟਲ ਵਲੰਟੀਅਰ ਕਰਕੇ ਦੇਖੋ, ਜਾ ਕੇ ਲੌਂਗ ਟਰਮ ਕੇਅਰ 'ਚ ਵਲੰਟੀਅਰ ਕਰਕੇ ਦੇਖੋ, ਟਰਮੀਨਲ ਕੇਅਰ ਵਿੱਚ ਜਾ ਕੇ ਦੇਖੋ, ਪਤਾ ਲੱਗੇਗਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ। ਮੈਂ ਸੋਚਦਾ ਸੀ ਮੈਂ ਹੀ ਦੁਖੀ ਹਾਂ, ਹਕੀਕਤ ਇਹ ਆ। ਇਹ ਤੇ ਵੇਖਦੇ ਸਹੀ ਸਮਾਜ ਸੰਸਾਰ ਦੇ 'ਚ ਹਾਲਤ ਕੀ ਹੈ। ਬਾਬਾ ਜੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਏ, ਜਿਹੜੀ ਬਾਤ ਕੀਤੀ ਗੁਰਸਿੱਖ ਜੋਗੀ ਜਾਗਦੇ, ਇਹ ਨਹੀਂ ਜਾਗਣਾ। ਉਹ ਮਾਇਆ ਵਿੱਚ ਰਹਿੰਦੇ ਪਰ ਉਹਦੇ 'ਚ ਰਹਿੰਦੇ ਉਹਦਾ ਸ਼ਿਕਾਰ ਨਾ ਬਣਦੇ, ਬਲਕਿ ਅਹਿਸਾਸ ਕਰਦੇ ਇਹ ਜੀਵਨ ਇੱਕ ਮਜਮੇ ਦੀ ਤਰ੍ਹਾਂ ਆ, ਇਹਦੇ 'ਚ ਕੁਝ ਸਮਾਂ ਹੰਡਾਣਾ ਆ, ਆਪ ਵੀ ਕਮਾਉਣਾ ਹੈ, ਖਾਣਾ ਹੈ, ਆਲੇ ਦੁਆਲੇ ਵੰਡਣਾ ਵੀ ਹੈ, ਸ਼ੇਅਰਿੰਗ ਵੀ ਹੈ, ਇੱਥੇ ਦੂਜਿਆਂ ਦੇ ਦੁੱਖਾਂ ਦੇ 'ਚ ਜਾ ਕੇ ਸ਼ਮੂਲੀਅਤ ਵੀ ਪਾਉਣੀ ਹੈ। ਇਹ ਸੱਚ ਆ, ਇਹ ਹੈ ਧਰਮ। ਇਹਦੀ ਗੁਰੂ ਅਮਰਦਾਸ ਸਾਹਿਬ ਨੇ 'ਚ ਬਾਤ ਕੀਤੀ ਕਿ ਸੱਚਾ ਨਾਏ ਦੁੱਖ ਕਬਹੀ ਨਾ ਆਏ। ਜਦੋਂ ਇਹੋ ਜਿਹਾ ਨਾਮ ਜਪਣਾ ਸ਼ੁਰੂ ਕਰਤਾ ਨਾ, ਫਿਰ ਦੁੱਖ ਨੇੜੇ ਨਹੀਂ ਆਇਆ, ਫਿਰ ਲੱਗਾ ਗੱਲ ਹੀ ਕੁਝ ਨਹੀਂ ਹੈ। ਜੀਵਨ ਛੋਟੇ ਮੋਟੇ ਚੈਲੰਜਸ ਆਉਂਦੇ ਰਹਿੰਦੇ ਤੇ ਹਰਡਲਸ ਆਉਂਦੇ ਰਹਿੰਦੇ ਤੇ ਕਰਤਾਰ ਦੀ ਖੇਡ ਬਣੀ ਹੋਈ, ਉਹ ਸਮਝ ਆ ਗਈ। ਸੋ ਉਹਦੇ ਨਾਲ ਇਹ ਫਿਰ ਕਦੀ ਨਾ ਆਇਆ। ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ। ਜਿਹੜੇ ਸੁਖਾਂ ਦੇ ਦਾਤੇ ਦੀ ਸੇਵਾ ਵਿੱਚ ਲੱਗ ਕੇ, ਇੱਥੇ ਆਤਮਿਕ ਸੁੱਖ ਦੀ ਗੱਲ ਹੋ ਰਹੀ ਹੈ, ਕੰਫਰਟ ਦੀ ਗੱਲ ਨਹੀਂ ਹੋ ਰਹੀ, ਇੱਥੇ ਹਾਇਰ ਲੈਵਲ ਦੇ ਪਲੇਜ਼ਰ ਦੀ ਗੱਲ ਹੋ ਰਹੀ ਹੈ, ਉਹਨੂੰ ਪ੍ਰਾਪਤ ਕੀਤਾ। ਗੁਰਮਤ ਮਨ ਵਸਾਵਣਿਆ, ਤੇ ਗੁਰੂ ਕੀ ਮਤ ਨੂੰ ਮਨ ਵਿੱਚ ਵਸਾ ਲਿਆ। ਮੀਨ some sort of teachings which are coming from my guru source, that individual is ready to adopt, accept, process and actually ਉਹਨੂੰ ਅਪਲਾਈ ਕਰਨ ਵਾਸਤੇ, ਉਹਨੂੰ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਤਿਆਰ ਹੋ ਗਿਆ। ਦੂਸਰਾ ਪਦਾ ਆ, ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਪਾਏ। ਹਰ ਬੰਦਾ ਕਹਿੰਦਾ ਮੈਂ ਵੀ ਰੱਬ ਦਾ ਹੀ ਬੰਦਾ, ਰੱਬ ਦਾ ਭਗਤ ਆ, ਆਪ ਆਪਣੇ ਤਰੀਕੇ ਕਾਰਤਾ ਨਾਲ ਚੱਲ ਰਿਹਾ ਸਮਾਜ ਇਹੋ ਜਿਹੀ ਬਾਤਾਂ ਸੋਚਦਾ। ਬਾਬਾ ਜੀ ਕਹਿੰਦੇ ਹਕੀਕਤ ਇਹ ਹੈ, ਸਭ ਕੋ ਤੇਰਾ ਭਗਤ ਸਹਾਏ ਕਹਾਏ ਸਹੀ ਭਗਤ ਤੇਰਾ ਮਨ ਪਾਏ। ਪਰ ਅਸਲ ਭਗਤ ਉਹ ਜਿਹੜੇ ਉਹਦੇ ਮਨ ਨੂੰ ਵੀ ਚੰਗੇ ਲੱਗਦੇ ਨੇ। ਖੈਰ ਫਿਲਾਸਫਿਕਲੀ ਬਾਤ ਬੜੀ ਹੋ ਗਈ, ਭਾਰੀ ਵੀ ਹੋ ਜਾਂਦੀ ਕਈ ਵਾਰੀ ਗੱਲ, ਸੁਰਤ ਪਕੜਦੀ ਨਹੀਂ। ਜਿਹਨੂੰ ਸਿੰਪਲ ਕਰਕੇ ਬਾਤ ਕਰਾਂ, ਮੈਂ ਜਦੋਂ ਸ਼ੁਰੂ ਵਿੱਚ ਇੱਥੇ ਆਇਆ ਤੇ ਮੇਰੇ ਜਿਹੜੇ ਡੋਰ ਨੌਕ ਕਰਕੇ ਬਹੁਤ ਸਾਰੇ ਲੋਕ ਪੈਂਫਲੇਟ ਵਗੈਰਾ ਫੜਾ ਕੇ ਜਾਂਦੇ ਆਪਣੇ ਰਿਲੀਜੀਅਸ ਬਿਲੀਫ ਸਿਸਟਮ ਨੂੰ ਪ੍ਰਮੋਟ ਕਰਨ ਵਾਸਤੇ, ਤੇ ਉਹ ਸ਼ਖਸ ਮੇਰੇ ਵੀ ਡੋਰ ਤੇ ਕਾਫੀ ਆਏ। ਬੜੇ ਉਹਨਾਂ ਨੇ ਮੈਨੂੰ ਸ਼ੁਰੂ 'ਚ ਲੱਗਾ ਸ਼ਾਇਦ ਸਾਰਿਆਂ ਤੇ ਕਰਦੇ ਨੇ, ਮੁੜ ਕੇ ਮੈਂ ਇੱਕ ਦੋਰੀ ਦੇਖਿਆ ਨਹੀਂ, ਉਹ ਸਪੈਸੀਫਿਕਲੀ ਮੈਨੂੰ ਵੀ ਕਿ ਜ਼ਿਆਦਾ ਟਾਰਗੇਟ ਕਰ ਰਹੇ ਨੇ। ਇਟਸ ਓਕੇ, ਦੈਟਸ ਦੇਅਰ ਐਕਚੁਅਲੀ ਐਫਰਟ, ਲੈਟ ਦੈਮ ਡੂ। ਖੈਰ ਉਹ ਕਈ ਵਾਰੀ ਬੜੇ ਕਮਾਲ ਦੀਆਂ ਕਿਤਾਬਾਂ ਵੀ ਦੇ ਕੇ ਗਏ ਮੈਨੂੰ। ਇੱਕ ਵਾਰੀ ਉਹ ਕਿਤਾਬਚਾ ਮੇਰੇ ਕੋਲ ਦੇ ਕੇ ਗਏ, ਤੇ ਉਸ ਕਿਤਾਬਚੇ ਦੇ ਵਿੱਚ ਉਹਨਾਂ ਨੇ ਬਾਤ ਜਿਹੜੀ ਕਹਾਣੀ ਨੂੰ ਲਿਖੀ ਚੀਜ਼ ਬੜੀ ਲੰਮੀ ਚੌੜੀ ਹੈ, ਬਟ ਲੌਂਗ ਸਟੋਰੀ ਸ਼ਾਰਟ ਉਹਦੇ 'ਚ ਬਾਤ ਕਰਕੇ ਵਾਈਂਡ ਅਪ ਕਰਾਂ। ਉਹ 'ਚ ਲਿਖਿਆ ਕਿ ਰੱਬ ਜਿਹੜਾ ਗॉड ਜਿਹੜਾ ਆ ਉਹ ਉੱਤੇ 7ਵੇਂ ਅਸਮਾਨ ਤੇ ਬੈਠਾ ਸਾਰੇ ਕਿਸੇ ਨੂੰ ਆਪਰੇਟ ਕਰਦਾ ਆ। ਇੱਕ ਬੰਦਾ ਉਹਦੇ ਕੋਲ ਪਹੁੰਚਦਾ, ਉਹਦਾ ਭਗਤ ਆ, ਉਹਦੇ ਨਾਲ ਗੱਲਾਂ ਬਾਤਾਂ ਕਰਦਾ, ਤੇ ਗੱਲਾਂ ਬਾਤਾਂ ਕਰਨ ਦੇ ਦੌਰਾਨ ਉਹ ਕਹਿੰਦਾ ਉਹਨੂੰ ਕਿ ਰੱਬਾ, ਧਰਤੀ ਵੱਲ ਵੇਖ ਕੇ ਕਹਿੰਦਾ ਓ ਹੋ ਧਰਤੀ ਤੇ ਬੜੀ ਆਤਿਸ਼ਬਾਜ਼ੀ ਹੋ ਰਹੀ ਹੈ, ਮਤਲਬ ਹਵਾਈਆਂ ਧਰਤੀ ਤੋਂ ਉੱਡ ਰਹੀਆਂ ਨੇ ਰੱਬ ਦੇ ਘਰ ਵੱਲ ਨੂੰ। ਉਹ ਕਹਿੰਦਾ ਨਹੀਂ ਇਹ ਫਾਇਰ ਵਰਕ ਨਹੀਂ ਹੈਗਾ, ਆਤਿਸ਼ਬਾਜ਼ੀ ਨਹੀਂ ਹੈਗੀ, ਇਹ ਲੋਕਾਂ ਦੀਆਂ ਦੁਆਵਾਂ ਨੇ, ਪ੍ਰੇਅਰਸ ਨੇ, ਅਰਦਾਸਾਂ ਨੇ ਜਿਹੜੀਆਂ ਮੇਰੇ ਤੱਕ ਪਹੁੰਚਣੀਆਂ ਚਾਹੁੰਦੀਆਂ ਨੇ। ਉਹ ਕਹਿੰਦਾ ਠੀਕ ਹੈ। ਖੈਰ ਉਹ ਕਹਿੰਦਾ ਗੱਲ ਇਹ ਹੈ, ਲੰਮੀ ਚੌੜੀ ਬਾਤ ਹੈ ਪਰ ਟੂਕ ਮਾਤਰ ਬਿਆਨ ਕਰਾਂ।
ਕਹਿੰਦਾ ਕੋਈ ਕੋਈ ਆਤਿਸ਼ ਜਿਹੜੀ ਏ ਉਹ ਬਿਲਕੁਲ ਤੇਰੇ ਘਰ ਪਹੁੰਚਦੀ ਹੈ, ਬਾਕੀ ਮੋਸਟਲੀ ਥੱਲੇ ਰਹਿ ਜਾਂਦੀਆਂ ਨੇ। ਇਹ ਕਿਹਦੀ ਪ੍ਰੇਅਰ ਆ ਜਿਹੜੀ ਤੇਰੇ ਤੱਕ ਪਹੁੰਚ ਗਈ? ਉਹ ਕਹਿੰਦਾ ਇਹ ਪ੍ਰੇਅਰ, ਵੈਸੇ ਤੋਂ ਕਈਆਂ ਦਾ ਜ਼ਿਕਰ ਕੀਤਾ, ਮੈਂ ਟੂਕ ਮਾਤਰ ਬਿਆਨ ਕਰਾਂ। ਉਹ ਕਹਿੰਦਾ ਕਿ ਇਹ ਉਹ ਪ੍ਰੇਅਰ ਆ ਜਿਹੜੀ ਇਕੱਲਾ ਨਹੀਂ ਕਰ ਰਿਹਾ, ਸੰਗਤੀ ਰੂਪ ਵਿੱਚ ਪ੍ਰੇਅਰ ਹੋ ਰਹੀ ਹੈ, ਕਲੈਕਟਿਵ ਪ੍ਰੇਅਰ ਹੈ ਜਿਹੜੀ ਮੇਰੇ ਤੱਕ ਪਹੁੰਚਦੀ ਹੈ। ਉਹ ਕਹਿੰਦਾ ਠੀਕ ਹੈ। ਫਿਰ ਉਹ ਕਹਿੰਦਾ ਗੱਲ ਇਹ ਹੈ ਵੀ ਰੱਬਾ, ਓ ਗॉड, even though you are getting so many requests, so many prayers, but ਕੁਝ ਤੇਰੀ ਵੀ ਮਰਜ਼ੀ ਹੋਏਗੀ, ਜਿਹੜੀਆਂ ਤੇਰੇ ਕੋਲ ਪਹੁੰਚ ਜਾਂਦੀਆਂ ਤੂੰ ਸਾਰੀਆਂ ਮਨਜ਼ੂਰ ਕਰ ਲੈਣਾ। ਉਹ ਕਹਿੰਦਾ ਨਹੀਂ ਨਹੀਂ, ਮੈਂ ਵੀ ਫਿਰ ਬਾਅਦ ਵਿੱਚ ਸਿਲੈਕਟ ਕਰਦਾ ਵੀ ਕਿਹੜੀ ਮਨਜ਼ੂਰ ਕਰਨੀ ਕਿਹੜੀ ਨਹੀਂ ਕਰਨੀ। ਤੇ ਉਹ ਕਹਿੰਦਾ ਫਿਰ ਤੂੰ ਕਿਹੜੀ ਮਨਜ਼ੂਰ ਕਰਦਾ ਆ? ਪ੍ਰੇਅਰਸ ਤੇਰੇ ਕੋਲ ਸਾਰੀਆਂ ਪਹੁੰਚ ਜਾਂਦੀਆਂ। ਕਹਿੰਦਾ ਪਹੁੰਚਦੀ ਉਹ ਆ ਜਿਹੜੀ ਬੜੇ ਸਾਰੇ ਇਕੱਠੇ ਹੋ ਕੇ ਕਲੈਕਟਿਵ ਐਫਰਟ ਨਾਲ ਮੇਰੇ ਤੱਕ ਪਹੁੰਚਾਉਂਦੇ, ਤੇ ਪੂਰੀ ਮੈਂ ਉਹ ਕਰਦਾ ਆ ਜਿਹਦੇ 'ਚ ਸਾਰਿਆਂ ਦੀ ਵੈਲ ਬੀਇੰਗ ਦੀ ਗੱਲ ਹੋਏ। ਤੁਸੀਂ ਸਮਝੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਇਹ ਜਿਹੜਾ ਕਨਸੈਪਟ ਆ ਇਹ ਲੋਕ ਵੀ ਸਮਝ ਰਹੇ ਨੇ। ਇੱਥੇ ਜਿਹੜਾ ਜ਼ਿਕਰ ਆ ਰਿਹਾ ਹੈ ਵੀ ਸਚਾਈ ਇਹ ਹੈ ਕਿ ਬੰਦਾ, ਹਰ ਕੋਈ ਕਹਿ ਰਿਹਾ ਕਿ ਮੈਂ ਉਹਦਾ ਭਗਤ ਆ, ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਪਾਏ। ਅਸਲ ਭਗਤ ਜਿਹੜੇ ਤੇਰੇ ਮਨ ਨੂੰ ਪਾਉਂਦੇ ਨੇ। ਤੇਰੇ ਮਨ ਨੂੰ ਕੌਣ ਪਾਉਂਦੇ ਨੇ? ਜਿਹੜੇ ਤੇਰੇ ਬਣਾਏ ਸੰਸਾਰ ਤੇ ਸਮਾਜ ਭਲੇ ਦੇ ਕਾਰਜ ਕਰਦੇ ਨੇ, ਭਲੇ ਲਈ ਸੋਚਦੇ ਨੇ। ਅਗਲਾ ਬਚਨ ਹੈ, ਸੱਚ ਬਾਣੀ ਤੁਧੈ ਸਾਲਾਹੀ ਰੰਗ ਰਾਤੇ, ਸੱਚ ਸਾਰ ਰਾਤੇ ਭਗਤ ਕਹਾ ਕਰਾਵਣਿਆ। ਸੱਚ ਬਾਣੀ ਤੁਧੈ ਸਾਲਾਹਣ, ਜਿਹੜੀ ਅਸਲ ਬਾਣੀ ਆ ਉਹ ਹੈ ਉਹਦੀ ਸਲਾਹੁਤਾ ਕਰਨੀ, ਉਹ ਸੋਮਨੀ ਪ੍ਰੈਜ਼ੈਂਟ ਹਸਤੀ ਦੀ ਸਲਾਹੁਤਾ ਕਰਨੀ। ਆਪਣੀ ਸਲਾਹੁਤਾ ਨਹੀਂ ਲੱਭਣੀ, ਬਲਕਿ ਉਸ ਆਪਣੇ ਆਪ ਨੂੰ ਬਣਾਉਣ ਵਾਲੇ, ਸਾਨੂੰ ਸਾਰਿਆਂ ਨੂੰ ਸਜਾਉਣ ਵਾਲੇ, ਉਹਦੀ ਸਲਾਹੁਤਾ ਚਲਾ ਦੇਣਾ। ਰੰਗ ਰਾਤੇ ਭਗਤ ਕਰਾਵਣਿਆ, ਤੇ ਉਹਦੇ ਰੰਗ 'ਚ ਰੱਤੇ ਹੋਏ ਭਗਤੀ ਦੇ ਰੰਗ ਨੂੰ ਅਡਾਪਟ ਕਰਨਾ, ਕਰ ਲੈਣਾ, ਉਹਦੀ ਬਾਤ ਹੋ ਰਹੀ ਹੈ। ਰੈਸਟ ਆਫ ਸ਼ਬਦ we will try to understand tomorrow at the same time. Today, please forgive me for my mistakes and thank you very much being an attentive listener. ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।